मतलब भाजपा वाले भी अंदरों चाहते सी भी किते ना किते ਜਾਂ ਤਾਂ ਇਹ ਆਪ ਖੜਾ ਛੱਡ ਦੇਣੀ ਤਾਂ 2022 ਤੱਕ ਤਾਂ ਤੋੜ ਵਿਛੋੜਾ ਤੈਅ ਸੀ। ਜੰਮੂ ਕਸ਼ਮੀਰ ਦੀ ਧਾਰਾ 370 ਵੀ ਖਤਮ ਕਰਤੀ ਔਰ ਰਾਜ ਦੀ ਹੋਂਦ ਵੀ ਖਤਮ ਕਰਤੀ, ਉਹਦੇ ਹੱਕ 'ਚ ਵੀ ਜਾਇਆ ਹੈ। NRIC ਦੇ ਹੱਕ 'ਚ ਵੀ ਜਾਇਆ ਹੈ। ਜੇ ਆਪਾਂ VOTING ਦੇ ਸੰਦਰਭ ਵਿੱਚ ਆਈਏ ਤਾਂ ਜੇ ਵੋਟਾਂ ਹੁੰਦੀਆਂ ਸ਼੍ਰੋਮਣੀ ਕਮੇਟੀ ਦੀਆਂ, ਉਹ ਕਿਸ ਤਰ੍ਹਾਂ ਦਾ ਸਿਨੈਰੀਓ ਹੋਏਗਾ? ਬੀਬਾ ਹਰਸਿਮਰਤ ਕੌਰ ਬਾਦਲ ਅੱਜ ਜਿਹੜੀ ਸਿੱਖ ਦੀ ਪਰਿਭਾਸ਼ਾ ਉਹਦੇ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਵੋਟਰ ਨਹੀਂ ਬਣ ਸਕਦੀ, ਕਿਉਂਕਿ ਉਹਨੇ ਭਰਵੱਟੇ ਆਪਣੇ ਮੁੰਨੇ ਹੋਏ ਨੇ। ਇਹਦੇ ਨਾਲ ਨੁਕਸਾਨ ਜਿਹੜਾ ਸਿੱਧੇ ਤੌਰ ਤੇ ਬਾਦਲਾਂ ਨੂੰ ਦਿਖ ਹੀ ਰਿਹਾ, ਕਿਉਂਕਿ ਢੀਂਡਸਾ ਸਾਹਿਬ ਦਾ ਧੜਾ ਵੀ ਜਿਹੜਾ ਹੁਣ ਐਕਟਿਵ ਹੋ ਗਿਆ, ਦਫ਼ਤਰ ਦਾ ਉਦਘਾਟਨ ਕਰਤਾ ਮੋਹਾਲੀ 'ਚ। ਕਹਿੰਦੇ ਸੁਖਬੀਰ ਬਾਦਲ ਨੇ ਹਮੇਸ਼ਾ ਬਾਹਰ ਇੱਕ ਅੱਧੀ ਰੈਲੀ ਕਰਨੀ ਤੇ ਉੱਥੇ ਐਲਾਨ ਕਰਨਾ ਲੜਾਂਗੇ ਚੋਣਾਂ ਲੜਾਂਗੇ, ਹਰਿਆਣੇ ਬਾਰੇ ਵੀ ਕਰਨੀ, ਦਿੱਲੀ ਬਾਰੇ ਵੀ ਕਰਨੀ। ਪਰ ਭਾਰਤੀ ਜਨਤਾ ਪਾਰਟੀ ਨੇ ਘਸਾਤੇ। ਕੇਂਦਰ ਸਰਕਾਰ ਨੇ ਇਹ ਮਨ ਬਣਾ ਲਿਆ ਕਿ 2022 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਆਖਰ 'ਚ ਆ ਕੇ ਹੁਣ ਜਦੋਂ ਕਿਸਾਨ ਅੰਦੋਲਨ ਆਇਆ, ਬੜੀ ਕੋਸ਼ਿਸ਼ ਇਹਨਾਂ ਕੀਤੀ ਸਰਕਾਰ 'ਚ ਰਹਿਣ ਦੀ, ਪਰ ਜਦੋਂ ਪੈਰਾਂ ਹੇਠ ਅੱਗ ਬਲ ਗਈ ਨਾ, ਜਿਵੇਂ ਕਹਿੰਦੇ ਹੁੰਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰੰਗ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ। ਪੰਜਾਬ ਦੇ ਵਿੱਚ ਇਸ ਵੇਲੇ ਵੱਡੀ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਨੇ। ਮਤਲਬ ਸਿੱਧਾ ਨਿਸ਼ਾਨਾ ਜਿਹੜਾ ਉਹ ਅਕਾਲੀ ਦਲ ਦੀ ਸਿਆਸਤ ਤੇ ਲੱਗਦਾ ਨਜ਼ਰ ਆ ਰਿਹਾ। ਇਸ ਸਭ ਦੇ ਵਿਚਾਲੇ ਵੱਡੀ ਖਬਰ ਇਹ ਹੈ ਕਿ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਾਗਡੋਰ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ SS ਸਾਰੋਂ ਸਾਹਿਬ, ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਰਹਿ ਚੁੱਕੇ ਨੇ, ਉਹਨਾਂ ਨੂੰ ਦਿੱਤੀ ਗਈ ਹੈ। ਸਾਰੋਂ ਸਾਹਿਬ ਬਾਰੇ ਚਰਚਾ ਇਹ ਵੀ ਰਹੀ ਹੈ ਕਿ ਜਦੋਂ ਰਾਮ ਰਹੀਮ ਨੂੰ ਪੰਚਕੂਲਾ ਦੇ ਵਿੱਚ ਸਜ਼ਾ ਸੁਣਾਈ ਗਈ ਸੀ ਤਾਂ ਉਸ ਤਰ੍ਹਾਂ ਉਹਨਾਂ ਨੇ ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਸੀਗਾ, ਉਸ ਵੇਲੇ ਉਹ ਚਰਚਾ ਦੇ ਵਿੱਚ ਆਏ ਸਨ। ਅਗਲੇ ਸਮੇਂ ਦੇ ਵਿੱਚ ਇਸ ਸਭ ਦੇ ਵਿਚਾਲੇ ਕੀ ਕੁਝ ਨਿਕਲ ਕੇ ਸਾਹਮਣੇ ਆਉਣਾ ਹੈ, ਕਿਉਂਕਿ ਬੜੀ ਗੰਭੀਰ ਮਸਲੇ ਪੰਜਾਬ ਦੇ ਵਿੱਚ ਸਾਹਮਣੇ ਆਉਂਦੇ ਨੇ ਜਦੋਂ ਅਕਾਲੀ ਦਲ ਦਾ ਜਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ ਹੋਣਾ ਦਾ ਨਾਮ ਸਾਹਮਣੇ ਆਉਂਦਾ ਹੈ। ਤਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ NDA ਨਾਲੋਂ ਤੋੜ ਵਿਛੋੜਾ ਹੋਇਆ, ਕੇਂਦਰ ਦੀ ਰਾਜਨੀਤੀ ਕੀ ਹੋ ਸਕਦੀ ਹੈ, ਇਸ ਸਭ ਦੇ ਉੱਤੇ ਅਸੀਂ ਬੜੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਅੱਗੇ ਕੀ ਕੁਝ ਹੋ ਸਕਦਾ ਹੈ, ਸਿੱਖ ਕੀ ਕੁਝ ਕਰਨਗੇ, ਵੋਟਾਂ ਦੀ ਰਾਜਨੀਤੀ ਜਿਹੜੀ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਏਗੀ ਉਹ ਕਿਸ ਤਰ੍ਹਾਂ ਦੀ ਹੋਏਗੀ, ਕੀ ਉਹਦਾ ਮਾਪਦੰਡ ਹੋਏਗਾ, ਕਿਸ ਤਰ੍ਹਾਂ ਕੋਈ ਵੋਟ ਪਾ ਸਕਦਾ, ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਸਭ ਦੇ ਉੱਤੇ ਉੱਗੇ ਮਾਹਰ ਜਿਹੜੇ ਸਿਆਸੀ ਤੌਰ ਤੇ ਆਪਣੇ ਵਿਚਾਰ ਰੱਖਦੇ ਨੇ, ਧਾਰਮਿਕ ਰਾਜਨੀਤਿਕ ਹਰ ਵਿਸ਼ੇ ਦੇ ਉੱਤੇ ਪਕੜ ਰੱਖਦੇ ਨੇ, ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ। ਮਾਲੀ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰੰਗ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਾਲੀ ਸਾਹਿਬ, ਸਾਰੋਂ ਸਾਹਿਬ ਨੂੰ ਸਿੱਖ ਜੁਡੀਸ਼ੀਅਲ ਕਮਿਸ਼ਨ ਦੀ ਵਾਗਡੋਰ ਦਿੱਤੀ ਗਈ ਹੈ, ਇਸ ਸਭ ਨੂੰ ਕਿੱਦਾਂ ਦੇਖਦੇ ਹੋ? ਇਸ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਨਾ ਜੀ, ਜਿਹੜੀਆਂ 2011 'ਚ ਚੋਣਾਂ ਹੋਈਆਂ ਸੀ ਜੀ ਸ਼੍ਰੋਮਣੀ ਕਮੇਟੀ ਦੀਆਂ, ਉਹਨਾਂ ਚੋਣਾਂ ਤੋਂ ਬਾਅਦ ਉਹਨਾਂ ਚੋਣਾਂ ਨੂੰ ਚੈਲੰਜ ਕੀਤਾ ਗਿਆ ਸੀ ਸਹਿਜਧਾਰੀ ਸਿੱਖ ਫੈਡਰੇਸ਼ਨ ਵੱਲੋਂ ਵੀ ਜਿਹੜੇ ਸਹਿਜਧਾਰੀ ਸਿੱਖ ਨੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ, ਇਸ ਤਰ੍ਹਾਂ ਚੈਲੰਜ ਕੀਤਾ ਸੀ। ਹਾਈ ਕੋਰਟ, ਸੁਪਰੀਮ ਕੋਰਟ ਤੱਕ ਉਹ ਮਸਲਾ ਗਿਆ ਸੀ। ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਜਿਹੜੀ ਪਹਿਲਾਂ 1925 ਵਾਲੇ ਐਕਟ ਦੇ ਵਿੱਚ ਹੋਰ ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਸਹੀ ਸੀ, ਉਹਦੇ ਅਨੁਸਾਰ ਪਾਰਲੀਮੈਂਟ ਨੇ ਪਾਸ ਕਰਤੀ ਸੀ ਇਹ, ਜਿਹਦੇ ਕਰਕੇ ਇਹ 11 ਦੀ ਹੋਈ ਚੋਣ ਆ ਜਿਹੜੀ ਇਹ ਲਮਕਦੀ ਰਹੀ। ਪਹਿਲਾਂ ਪਹਿਲੀ ਕਮੇਟੀ ਨੇ ਉਹ ਕਿਹਾ ਵੀ ਜਦੋਂ ਤੱਕ ਹਾਊਸ ਨਹੀਂ ਬਣਦਾ ਉਹੀ ਕੰਮ ਕਰਦੀ ਰਹੇ, ਫਿਰ ਚਲੋ ਹੁਣ ਮੁੜ ਕੇ ਇਹ ਕੀਤਾ ਵੀ ਮੁੜ ਕੇ ਕਮੇਟੀ ਬਣ ਸਕਦੀ ਆ। 2-3 ਸਾਲਾਂ ਤੋਂ ਇਹ ਚੱਕਰ ਚੱਲਿਆ। ਪਰ ਪਿੱਛੇ ਜੇ ਫੂਲਕਾ ਸਾਹਿਬ ਨੇ ਇੱਕ ਇਨਫੋਰਮੇਸ਼ਨ ਮੰਗੀ ਵੀ ਸ਼੍ਰੋਮਣੀ ਕਮੇਟੀ ਦੀ ਮਿਆਦ ਆ ਜਿਹੜੀ ਚੋਣ ਦੀ, ਉਹ ਕਦੋਂ ਤੱਕ ਆ? 2018 'ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਵੀ ਉਹਦੀ ਮਿਆਦ ਆ ਜਿਹੜੀ ਉਹ ਖਤਮ ਹੋ ਚੁੱਕੀ ਆ। ਫਿਰ ਸਵਾਲ ਇਹ ਸੀ ਵੀ ਇਹ ਚੋਣਾਂ ਕਰਾਉਣੀਆਂ। ਚੋਣਾਂ ਕਰਾਉਣ ਦਾ ਮਤਲਬ ਇਹ ਸੀ ਕਿ ਪੰਜਾਬ ਦੀ ਜਿਹੜੀ ਸਿਆਸੀ ਫਿਜ਼ਾ ਸ਼੍ਰੋਮਣੀ ਕਮੇਟੀ ਆ ਉਹਦੇ ਵਿੱਚ ਹਲਚਲ ਹੋਣੀ ਆ, ਕਿਉਂਕਿ ਉਸ ਸਮੇਂ ਤੱਕ ਬਾਦਲ ਜਿਹੜਾ ਪਰਿਵਾਰ ਸੀ ਜਾਂ ਬਾਦਲ ਦਲ ਜਿਹਨੂੰ ਆਪਾਂ ਕਹਿੰਦੇ ਆ, ਉਹ ਕੇਂਦਰੀ ਸਰਕਾਰ ਦੇ ਵਿੱਚ ਭਾਈਵਾਲ ਸੀ। ਅਕਸਰ ਤੱਕ ਹੁਣ ਤੱਕ ਇਹ ਹੁੰਦਾ ਰਿਹਾ ਵੀ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੀ ਚੋਣ ਹਮੇਸ਼ਾ ਉਦੋਂ ਹੀ ਕਰਾਉਂਦੀ ਆ ਜਦੋਂ ਉਹਨੂੰ ਹਾਲਾਤ ਬਾਦਲ ਅਕਾਲੀ ਦਲ ਦੇ ਹੱਕ 'ਚ ਦਿਖਾਈ ਦਿੰਦੇ ਹੋਣ। ਨਹੀਂ, ਬਹੁਤ ਚਿਰ ਲਮਕਾਉਂਦੇ ਰਿਹਾ, ਪਹਿਲਾਂ ਵੀ ਲਮਕਾਉਂਦੇ ਰਿਹਾ, ਬਾਅਦ 'ਚ ਵੀ ਲਮਕਾਉਂਦੇ ਰਿਹਾ। ਪਿੱਛੇ ਜੇ ਉਹਨਾਂ ਲੜਾਈ ਕੀਤੀ ਸ਼੍ਰੋਮਣੀ ਕਮੇਟੀ ਨੇ, ਫਿਰ ਇੱਕ ਸੰਵਿਧਾਨਕ ਗਰੰਟੀ ਦਿੱਤੀ ਵੀ 5 ਸਾਲਾਂ ਬਾਅਦ ਹੋਣਗੀਆਂ, ਪਰ 5 ਸਾਲਾਂ ਦਾ ਬਹਾਨਾ ਰਿਟ ਜੀ ਇਹਦੇ ਕਰਕੇ ਹੋ ਗਈ। ਇਸ ਕਰਕੇ ਸਭ ਤੋਂ ਵੱਡਾ ਫੈਸਲਾ ਤਾਂ ਇਹ ਆ ਵੀ ਕੇਂਦਰ ਸਰਕਾਰ ਨੇ ਇਹ ਮਨ ਬਣਾ ਲਿਆ ਕਿ 2022 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਇਹਦੇ ਨਾਲ ਨੁਕਸਾਨ ਜਿਹੜਾ ਸਿੱਧੇ ਤੌਰ ਤੇ ਬਾਦਲਾਂ ਨੂੰ ਦਿਖ ਹੀ ਰਿਹਾ, ਕਿਉਂਕਿ ਢੀਂਡਸਾ ਸਾਹਿਬ ਦਾ ਧੜਾ ਵੀ ਜਿਹੜਾ ਹੁਣ ਐਕਟਿਵ ਹੋ ਗਿਆ, ਦਫ਼ਤਰ ਦਾ ਉਦਘਾਟਨ ਕਰਤਾ ਮੋਹਾਲੀ 'ਚ। ਕਹਿੰਦੇ ਹਾਂਜੀ, ਮੈਂ ਇਸੇ ਤਰ੍ਹਾਂ ਕਹਿੰਦਾ ਕਿਉਂਕਿ ਸਿੱਖ ਲੀਡਰਸ਼ਿਪ, ਭਾਰਤੀ ਜਨਤਾ ਪਾਰਟੀ
ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭਾਰ ਸਮਝ ਰਹੀ ਸੀ। ਉਹਨੂੰ ਮਹਿਸੂਸ ਹੋ ਗਿਆ ਸੀ ਵੀ ਜਿੰਨੀ ਕੁ ਇਹਦੀ ਕਾਰਗੁਜ਼ਾਰੀ ਸਿੱਖਾਂ ਅੰਦਰ ਧਾਰਮਿਕ ਆ, ਸਿਆਸੀ ਤੌਰ ਤੇ ਪੋਲਿਟਿਕਸ ਦੇ ਕਾਰਗੁਜ਼ਾਰੀ ਆ, ਇਹ ਲੋਕਾਂ ਚੋਂ ਨਿਕਲ ਚੁੱਕਿਆ। ਉਹਨਾਂ ਨੂੰ ਆਪਦੇ ਆਪ ਤੇ ਭਾਰ ਵਿਖਾਈ ਦਿੰਦਾ ਸੀ। ਇਸ ਕਰਕੇ ਇਹ ਕਰਦੇ ਇੱਕ ਦੂਜੇ ਨੂੰ, ਜਿਵੇਂ ਸੁਖਬੀਰ ਬਾਦਲ ਨੇ ਹਮੇਸ਼ਾ ਬਾਹਰ ਇੱਕ ਅੱਧੀ ਰੈਲੀ ਕਰਨੀ ਤੇ ਉੱਥੇ ਐਲਾਨ ਕਰਨਾ ਲੜਾਂਗੇ ਚੋਣਾਂ ਲੜਾਂਗੇ, ਹਰਿਆਣੇ ਬਾਰੇ ਵੀ ਕਰਨੀ, ਦਿੱਲੀ ਬਾਰੇ ਵੀ ਕਰਨੀ। ਪਰ ਭਾਰਤੀ ਜਨਤਾ ਪਾਰਟੀ ਨੇ ਘਸਾ ਤੇ ਨਾ ਹਰਿਆਣੇ 'ਚ ਇਹਨਾਂ ਨਾਲ ਗੱਠਜੋੜ ਕੀਤਾ, ਨਾ ਦਿੱਲੀ 'ਚ ਇਹਨਾਂ ਨੂੰ ਇੱਕ ਟਿਕਟ ਦਿੱਤੀ। ਪਰ ਕਿਉਂਕਿ ਇਹਨਾਂ ਨੇ ਇੱਕ ਬਹੁਤ ਐਡਾ ਵੱਡਾ ਅੰਪਾਇਰ ਉਸਾਰ ਲਿਆ ਪਿਛਲੇ 15 ਸਾਲ ਦੇ ਰਾਜ ਦੇ ਵਿੱਚ, ਕਾਰੋਬਾਰਾਂ ਦਾ ਤੁਸੀਂ ਕਹਿ ਦਿਓ, ਮਾਫੀਏ ਦਾ ਕਹਿ ਲਓ, ਇਹਨੂੰ ਚਲੋ ਵਿਆਖਿਆ ਬਹੁਤ ਵੱਡੀ ਆ। ਇਹਨਾਂ ਇਹ ਅੱਡ ਨਹੀਂ ਹੋ ਸਕਦੇ ਸੀ। ਜਿਵੇਂ ਉਹ ਘੜੀਸੀ ਜਾਂਦੇ ਸੀ, ਇਹ ਮਗਰ ਚੱਲੀ ਜਾਂਦੇ ਸੀ। ਉਹ ਇਹਨਾਂ ਨੂੰ ਲਾਉਣਾ ਚਾਹੁੰਦੇ ਸੀ। ਆਖਰ 'ਚ ਆ ਕੇ ਹੁਣ ਜਦੋਂ ਕਿਸਾਨ ਅੰਦੋਲਨ ਆਇਆ, ਬੜੀ ਕੋਸ਼ਿਸ਼ ਇਹਨਾਂ ਕੀਤੀ ਸਰਕਾਰ 'ਚ ਰਹਿਣ ਦੀ, ਪਰ ਜਦੋਂ ਪੈਰਾਂ ਹੇਠ ਅੱਗ ਬਲ ਗਈ ਨਾ, ਜਿਵੇਂ ਕਹਿੰਦੇ ਹੁੰਦੇ ਆ, ਜਦੋਂ ਉਹੀ ਜਿਹੀ ਹਾਲਤ ਬਣ ਗਈ ਇਹਨਾਂ ਨੂੰ, ਮਤਲਬ ਭਾਜਪਾ ਵਾਲੇ ਵੀ ਅੰਦਰੋਂ ਚਾਹੁੰਦੇ ਸੀ ਵੀ ਕਿਤੇ ਨਾ ਕਿਤੇ ਜਾਂ ਤਾਂ ਇਹ ਆਪ ਖੜਾ ਛੱਡਦੇ, ਨਹੀਂ ਤਾਂ 2022 ਤੱਕ ਤਾਂ ਤੋੜ ਵਿਛੋੜਾ ਤੈਅ ਸੀ। ਤੁਸੀਂ ਇਹ ਵੇਖੋ ਪੂਰੇ 15 ਸਾਲਾਂ 'ਚ ਜਿਹੜਾ ਇਹ ਕਹਿੰਦੇ ਫੈਡਰਲਿਜ਼ਮ ਦੀ ਅਸੀਂ ਗੱਲ ਕਰਾਂਗੇ, ਜਿੰਨਾ ਫੈਡਰਲਿਜ਼ਮ ਨੂੰ ਲਤਾੜਿਆ ਗਿਆ, ਜਿੰਨੀਆਂ ਸੋਧਾਂ ਕੀਤੀਆਂ ਗਈਆਂ ਸੰਵਿਧਾਨ 'ਚ, ਇਹਨਾਂ ਨੇ ਐਡੀ ਬੇਸ਼ਰਮੀ ਨਾਲ ਉਹਦੀ ਜੈ ਜੈਕਾਰ ਕੀਤੀ। ਇੱਥੋਂ ਤੱਕ ਸਿਰਾ ਤਾਂ ਇਹ ਆ ਵੀ ਜੰਮੂ ਕਸ਼ਮੀਰ ਦੀ ਧਾਰਾ 370 ਵੀ ਖਤਮ ਕਰਤੀ, ਰਾਜ ਦੀ ਹੋਂਦ ਵੀ ਖਤਮ ਕਰਤੀ, ਉਹਦੇ ਹੱਕ 'ਚ ਵੀ ਜਾਇਆ ਹੈ, NRC ਦੇ ਹੱਕ 'ਚ ਵੀ ਜਾਇਆ ਹੈ। ਮਤਲਬ ਇਸ ਹੱਦ ਤੱਕ ਉਹਨਾਂ ਦੀ ਜਿਹੜੀ ਪਿਛਲੱਗਪਣਾ ਕੀਤਾ ਵੀ ਇਹਨਾਂ ਦੀ ਸ਼ਾਖ ਉਸ ਪੱਖੋਂ ਸਿੱਖਾਂ 'ਚ ਨਾ ਰਹੀ। ਇਸ ਹਾਲਤ ਦੇ ਵਿੱਚ ਇਹ ਅੱਡ ਹੋ ਗਏ। ਅੱਡ ਹੋਣ ਤੋਂ ਉਦੋਂ ਪਹਿਲਾਂ ਵੀ ਤੁਸੀਂ ਦੇਖੋ, ਢੀਂਡਸਾ ਸਾਹਿਬ ਇੱਕ ਵਾਰ ਐਲਾਨ ਕਰ ਬੈਠੇ ਵੀ ਮੈਂ ਸਰਗਰਮ ਸਿਆਸਤ ਨਹੀਂ ਆਉਣਾ। ਬਿਲਕੁਲ। ਪਰ ਹਾਲਾਤ ਦੇ ਵਿੱਚ ਉਹਨਾਂ ਨੇ ਮੁੜ ਕੇ ਫਿਰ ਝੰਡਾ ਚੱਕਿਆ, ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਿਆ ਸੀ, ਉਹਦੀ ਸ਼ਾਖ ਬਣ ਨਹੀਂ ਰਹੀ ਸੀ। ਤੇ ਢੀਂਡਸਾ ਸਾਹਿਬ ਫਿਰ ਅੱਗੇ ਆਏ, ਉਹਨਾਂ ਨੇ ਇੱਕ ਆਪਦਾ ਧੜਾ ਬਣਾਇਆ, ਲਗਾਤਾਰ ਅੱਗੇ ਵਧੇ, ਤੇ ਥਾਪੀ ਕੇਂਦਰ ਨੇ ਉਹਨਾਂ ਨੂੰ ਵੀ ਦਿੱਤੀ। ਬਿਲਕੁਲ। ਕਿਉਂਕਿ ਭਾਜਪਾ ਨਾਲ ਜੋ ਸੰਬੰਧ ਰਹੇ ਨੇ ਹੁਣ ਤੱਕ, ਉਹਦੇ ਬਾਰੇ ਨਾ ਢੀਂਡਸਾ ਸਾਹਿਬ ਨੂੰ ਕੋਈ ਇਤਰਾਜ਼ ਆ, ਨੀਤੀ ਪਾਲਿਸੀ ਦਾ ਮਸਲਾ ਨਾ ਜੀ, ਸਿਰਫ ਚਲੋ ਪਾਰਟੀ ਦੀਆਂ ਅੰਦਰੂਨੀ ਗੱਲਾਂ ਤੇ ਇਤਰਾਜ਼ ਆ। ਸੋ ਜਿਹੜੀ ਭਾਜਪਾ ਨੇ ਆਪਦੇ ਆਂਡੇ ਅੱਡ ਅੱਡ ਥਾਵਾਂ ਤੇ ਧਰੇ ਹੋਏ ਸੀ, ਹੁਣ ਇਹ ਭਾਜਪਾ ਸਰਕਾਰ ਨੇ ਫੈਸਲਾ ਕਰ ਲਿਆ ਵੀ ਸਿੱਖਾਂ ਦੇ ਵਿੱਚ ਪ੍ਰਵਾਨਿਤ ਲੀਡਰਸ਼ਿਪ ਅੱਜ ਕੋਈ ਹੈ ਨਹੀਂ, ਇਹਦਾ ਨਤਾਰਾ ਹੋਣਾ ਚਾਹੀਦਾ। ਬਿਲਕੁਲ। ਉਹ ਨਤਾਰੇ ਕਰਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਦਾ ਐਲਾਨ ਕੀਤਾ ਤੇ ਅਪੈਰੈਂਟਲੀ ਤਾਂ ਹੀ ਲੱਗਦਾ ਬਿਲਕੁਲ ਇਹ ਇਹਦੇ ਖਿਲਾਫ ਜਾਊ। ਦੂਜੀ ਗੱਲ, ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ, ਹੁਣ ਤੱਕ ਕਿਉਂਕਿ ਬਾਦਲ ਸਰਕਾਰ ਵੇਲੇ ਚੋਣ ਹੁੰਦੀਆਂ ਸੀ, ਇਹ ਹਮੇਸ਼ਾ ਆਪਦੇ ਜੇਬ ਵਾਲਾ ਜੱਜ ਸੀ, ਕਮਿਸ਼ਨਰ ਬਣਾਉਂਦੇ ਸੀ। ਕਦੇ ਜੋਰਾ ਸਿੰਘ ਬਣਾਤਾ ਜੀ, ਕਦੇ ਬਰਾੜ ਬਣਾਤਾ ਜੀ, ਕਦੇ ਕੋਈ ਹੋਰ ਬਣਾਤਾ ਜੀ, ਰਿਸ਼ਤੇਦਾਰ ਬਣਾਤਾ ਜੀ। ਉਹ ਤੋਂ ਜਿਵੇਂ ਮਰਜ਼ੀ ਚੋਣਾਂ ਕਰਵਾਉਂਦੇ ਸੀ, ਚੋਣਾਂ 'ਚ ਧਾਂਦਲੀਆਂ ਹੁੰਦੀਆਂ ਸੀ। ਹੁਣ ਇਹ ਜਿਹੜੇ ਜੱਜ ਸਾਰੋਂ ਸਾਹਿਬ ਆਏ ਨੇ, ਇਹਨਾਂ ਦੀ ਇੱਕ ਪ੍ਰਤਿਸ਼ਠਾ ਹੁੰਦੀ ਹੈ, ਇੱਕ ਮਾਣ ਸਨਮਾਨ ਹੁੰਦੀ ਹੈ ਨਾ, ਜਿਹੜੀ ਇੱਕ ਆਪਦੀ ਹਸਤੀ ਹੁੰਦੀ ਆ। ਇਹ ਨਹੀਂ ਵੀ ਕਿਹਦੇ ਹੱਕ 'ਚ ਨੇ, ਕਿਹਦੇ ਵਿਰੋਧ 'ਚ ਨੇ। ਜਿਹੜਾ ਤੁਸੀਂ ਕਾਨੂੰਨ ਦੇ ਰਾਜ ਨੂੰ ਬਹਾਲ ਕਰਨਾ ਹੁੰਦਾ, ਇਹਨਾਂ ਤੇ ਹੁਣ ਤੱਕ ਇਹਨਾਂ ਤੇ ਇਹੋ ਜਿਹਾ ਕੋਈ ਦਾਗ ਨਹੀਂ ਲੱਗਿਆ। ਮਤਲਬ ਚੰਗੇ ਜੱਜਾਂ ਵਾਂਗੂ ਇਹਨਾਂ ਦੀ ਛਵੀ ਬਣੀ ਹੋਈ ਆ। ਇਹ ਐ ਨਹੀਂ ਵੀ ਥਾਲੀ ਦੇ ਬੈਂਗਣ ਨਹੀਂ ਨਾ ਇਹਨਾਂ ਦਾ ਕਿਰਦਾਰ ਹੁਣ ਤੱਕ ਰਿਹਾ, ਕਿਉਂਕਿ ਹਾਲਾਂਕਿ ਪੰਚਕੂਲੇ ਦੇ ਵਿੱਚ ਹਰਿਆਣਾ ਸਰਕਾਰ ਪ੍ਰੋਟੈਕਟ ਕਰਨਾ ਚਾਹੁੰਦੀ ਸੀ ਸਾਧ ਨੂੰ, ਪਰ ਇਹਨੇ ਮਤਲਬ ਸਰਕਾਰ ਨੂੰ ਵੀ ਰਗੜਿਆ। ਤੇ ਚਲੋ ਉਹ ਠੀਕ ਗਲਤ ਕੀ ਆ ਉਹਦੇ ਬਾਅਦ ਬਹਿਸ ਹੋ ਸਕਦੀ ਹੈ, ਪਰ ਇਹਨਾਂ ਨੇ ਕਾਨੂੰਨ ਦਾ ਡੰਡਾ ਖੜਕਾਇਆ ਪੂਰਾ। ਹੁਣ ਦੇਖਾਂਗੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਜਦੋਂ ਹੁੰਦੀਆਂ ਉਦੋਂ ਕਿੱਦਾਂ ਡੰਡਾ ਖੜਕਾਇਆ ਜਾਂਦਾ। ਜੇ ਆਪਾਂ ਵੋਟਿੰਗ ਦੇ ਸੰਦਰਭ ਵਿੱਚ ਆਈਏ ਤਾਂ ਜੇ ਵੋਟਾਂ ਹੁੰਦੀਆਂ ਸ਼੍ਰੋਮਣੀ ਕਮੇਟੀ ਦੀਆਂ, ਉਹ ਕਿਸ ਤਰ੍ਹਾਂ ਦਾ ਸਿਨੈਰੀਓ ਹੋਏਗਾ? ਕਿਸ ਤਰ੍ਹਾਂ, ਜਿਵੇਂ ਸਹਿਜਧਾਰੀ ਵੋਟਿੰਗ ਹੋ ਗਈ ਜਾਂ ਦੂਜੀ ਵੋਟਿੰਗ ਹੋ ਗਈ, ਜਿਹੜੇ ਸਿੱਖ ਨੇ, ਕਿਸ ਤਰ੍ਹਾਂ ਹੋਏਗਾ ਇਹ ਸਾਰਾ ਕੁਝ? ਕਿੱਦਾਂ ਇਹਨੂੰ ਮੇਨਟੇਨ ਕੀਤਾ ਜਾਊਗਾ? 1925 ਦੇ ਐਕਟ 'ਚ ਨਾ ਜੀ, ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਸੀ, ਕਿਉਂਕਿ ਉਦੋਂ ਸਿੱਖਾਂ ਦੇ ਬਹੁਤ ਗੁਰਦੁਆਰੇ ਸੀ ਜਿਹੜੇ ਮਹੰਤਾਂ ਦੇ ਕਬਜ਼ੇ ਹੇਠ ਸੀ, ਉਦੋਂ ਉਹਨਾਂ ਨੇ ਇਸ ਐਕਟ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਸੀ ਜਿਹੜੀ ਉਹ ਖੁੱਲੀ ਰੱਖ ਲਈ ਵੀ ਇੱਕ ਸਹਿਜਧਾਰੀ ਹੋਣਗੇ ਜੀ, ਇੱਕ ਆ ਸਿੱਖ ਹੋਣਗੇ। ਕਿਉਂਕਿ ਉਦੋਂ ਗਲਬਾ ਬਹੁਤ ਵੱਡਾ ਸੀ। ਅੰਗਰੇਜ਼ਾਂ ਨੇ ਮਤਲਬ ਵੀ ਨਰੋਲ ਸਿੱਖਾਂ ਦੀ ਜਥੇਬੰਦੀ ਹੋਵੇ ਇਹ, ਉਹ ਚੋਣ ਕਰਨ, ਉਹਦੇ ਵਿੱਚ ਮੋਰੀ ਰੱਖ ਲਈ ਸੀ। 1974 'ਚ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦਾ ਉਹ ਬਣਿਆ ਐਕਟ, ਕਿਉਂਕਿ ਟੌੜਾ ਸਾਹਿਬ ਮੈਨੂੰ ਦੱਸਦੇ ਸੀ, ਫਿਰ ਟੌੜਾ ਸਾਹਿਬ ਨੂੰ ਮੈਂ ਅਹਿਸਾਸ ਸੀ ਵੀ ਇਹ ਗੜਬੜਾ। ਉਹ ਕਹਿੰਦੇ ਫਿਰ ਮੈਂ ਸਵਰਨ ਸਿੰਘ ਨੂੰ ਮਿਲਿਆ, ਫਿਰ ਮੈਂ ਉਹਨਾਂ ਨੂੰ ਮਿਲਿਆ ਵੀ ਦੇਖੋ ਆਹ ਸਾਡੇ ਨਾਲ ਬਹੁਤ ਵੱਡਾ ਹੋ ਰਿਹਾ ਪੰਜਾਬ ਦੇ ਵਿੱਚ, ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਵਿੱਚ ਤੁਹਾਡੇ ਕਿਸੇ ਦਾ ਕੋਈ ਇਹੋ ਜਿਹਾ ਇੰਟਰਸਟ ਨਹੀਂ, ਸਿੱਖ ਦੀ ਸਹੀ ਪਰਿਭਾਸ਼ਾ ਜਿਹੜੀ ਉਹ ਦਰਜ ਕਰੋ। ਉਹ ਕਰਾਉਣ 'ਚੋਂ ਕਾਮਯਾਬ ਹੋ ਗਏ ਸੀ। ਹੁਣ ਕਿਸੇ ਹੋਰ ਗੱਲ ਕਰਕੇ ਫਸਿਆ ਬਾਦਲ, ਦਾਖਲਿਆਂ ਦਾ ਰੌਲਾ ਪਿਆ ਵੀ ਜਿਹੜੇ ਸਿੱਖ ਵਿਦਿਆਰਥੀਆਂ ਦਾ ਦਾਖਲਾ ਜੀ, ਕਿਹੜੇ ਵਿਦਿਆਰਥੀ ਨੂੰ ਸਿੱਖ ਵਿਦਿਆਰਥੀ ਮੰਨਿਆ ਜਾਵੇ, ਕਿਉਂਕਿ ਸਿੱਖ ਘੱਟ ਗਿਣਤੀ ਆ ਇਹਨਾਂ ਸੰਸਥਾਵਾਂ 'ਚ। ਉਹ ਚੱਕਰ ਦੇ ਵਿੱਚ ਇਹਨਾਂ ਨੂੰ ਵੀ ਉਹ ਗੱਲ ਮੰਨਣੀ ਪੈਗੀ
ਜੀ ਆਪ ਕਰਵਾਉਣੀ ਪੈ ਗਈ। ਲੋਕ ਸਭਾ 'ਚ ਗੱਲ ਪਾਸ ਕਰਾ ਲਈ ਵੀ ਸਹੀ ਸਿੱਖ ਦੀ ਪਰਿਭਾਸ਼ਾ ਇਹ ਆ। ਹਾਲਾਂਕਿ ਭਗਵੰਤ ਮਾਨ ਉਦੋਂ ਗਲਤ ਪੈਂਤੜੇ ਤੋਂ ਬੋਲਿਆ, ਇਹ ਸੋਧ ਦੇ ਖਿਲਾਫ ਬੋਲੇ ਹੋ ਉੱਤੇ, ਪਰ ਉਹ ਪਾਸ ਹੋ ਗਈ। ਹੁਣ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀਆਂ ਵੋਟਰ ਸੂਚੀਆਂ ਨੇ ਉਹ ਕਿੰਨੀ ਕੁ ਨਿਰਪੱਖਤਾ ਨਾਲ ਤੇ ਸਹੀ ਬਣਦੀਆਂ ਨੇ। ਕਿਉਂਕਿ ਲੋਕ ਸਭਾ ਦੀ ਅੱਡ ਵੋਟਰ ਸੂਚੀ ਆ, ਵਿਧਾਨ ਸਭਾ ਦੀ ਅੱਡ ਆ, ਸਥਾਨਕ ਸੰਸਥਾਵਾਂ ਦੀ ਅੱਡ ਆ, ਸ਼੍ਰੋਮਣੀ ਕਮੇਟੀ ਦੀ ਵੱਖਰੀ ਵੋਟਰ ਸੂਚੀ ਬਣਦੀ ਆ। ਉਹਨਾਂ ਵੋਟਰ ਸੂਚੀਆਂ ਨਾਲ ਇਹਦਾ ਕੋਈ ਸੰਬੰਧ ਨਹੀਂ। ਇਹ ਡਿਮਾਂਡ ਚੱਕੀ ਜਾ ਰਹੀ ਆ, ਬੋਲਿਆ ਜਾ ਰਿਹਾ ਵੀ ਹੁਣ ਜਿਹੜੀ ਵੋਟ ਬਣੇ ਉਹ ਫੋਟੋ ਵਾਲੀ ਵੋਟਰ ਕਾਰਡ ਬਣੇ। ਕੋਈ ਸਮੱਸਿਆ ਨਹੀਂ, ਵੋਟਰ ਕਾਰਡ ਆਧਾਰ ਕਾਰਡ ਦੇ ਨਾਲ ਬਣੇ ਜਿਵੇਂ ਦੂਜੀ ਬਣਦੀ ਹੈ ਵੋਟ। ਇਹ 'ਚ ਸਿੱਖਾਂ ਦੀ ਬਣੇ, ਪਰ ਸਿੱਖਾਂ ਦੀ ਵੀ ਗਰੰਟੀ ਹੋਵੇ ਵੀ ਸਹੀ ਵੋਟਾਂ ਬਣਨ। ਜੇ ਸਾਰੋਂ ਸਾਹਿਬ ਇਸ ਗੱਲ ਨੂੰ ਯਕੀਨੀ ਬਣਾ ਲੈਂਦੇ ਆ, ਇਹ ਬਹੁਤ ਵੱਡੀ ਪ੍ਰਾਪਤੀ ਹੋਊਗੀ। ਤੇ ਇਹ ਸਭ ਤੋਂ ਵੱਡਾ ਨੁਕਸਾਨ ਇਹ ਬਾਦਲਾਂ ਦਾ ਹੋਊਗਾ, ਕਿਉਂਕਿ ਆਮ ਤੌਰ ਤੇ ਜਿਹੜੇ ਪੂਰਨ ਅੰਮ੍ਰਿਤਧਾਰੀ ਸਿੱਖ ਨਾ ਵੀ ਹੋਣ, ਅੰਮ੍ਰਿਤਧਾਰੀ ਸਿੱਖ ਨੇ ਜਿਹੜੇ ਉਹ ਤਾਂ ਜ਼ਿਆਦਾਤਰ ਦੇਖੋ ਬਾਦਲਾਂ ਦੇ ਖਿਲਾਫ ਨੇ ਕਿਸੇ ਗੱਲ ਕਰਕੇ। ਜਿਹੜੇ ਸਾਬਤ ਸੂਰਤ ਨੇ ਉਹ ਵੀ ਵੱਡੀ ਪੱਧਰ ਤੇ ਬਾਦਲਾਂ ਦੀ ਸਿਆਸੀ ਤੇ ਧਾਰਮਿਕ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈਗੇ। ਸਹੀ ਵੋਟਰ ਸੂਚੀ ਬਣ ਗਈ ਤਾਂ ਬਾਦਲਾਂ ਨੂੰ ਬਹੁਤ ਵੱਡਾ ਰਗੜਾ ਲੱਗਣ ਦੀ ਸੰਭਾਵਨਾ। ਜੀ, ਤੇ ਇਹਦੇ ਨਾਲ ਬਾਦਲ ਪਰਿਵਾਰ ਦੇ ਉੱਤੇ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਸ਼ਾਇਦ ਇਹਨਾਂ ਦੇ ਪਰਿਵਾਰ ਤੇ ਵੀ ਅਸਰ ਪੈ ਸਕਦਾ ਜਦੋਂ ਵੋਟਾਂ ਦੀ ਗੱਲ ਆਏਗੀ, ਜਦੋਂ ਸਿੱਖੀ ਵੇਸ਼-ਭੂਸ਼ਾ ਦੀ ਗੱਲ ਆਏਗੀ ਕਿ ਤੁਹਾਡਾ ਕਿਰਦਾਰ ਕਿੱਦਾਂ ਦਾ ਹੋਵੇ, ਤੁਹਾਡਾ ਪਹਿਰਾਵਾ ਕਿੱਦਾਂ ਦਾ ਹੋਵੇ, ਤੁਸੀਂ ਪੂਰਨ ਸਿੱਖ ਵੀ ਹੋ ਕਿ ਨਹੀਂ ਹੋ, ਕਿ ਸਹਿਜਧਾਰੀ ਸਿੱਖਾਂ ਜੇ ਸਹਿਜਧਾਰੀ ਕੋਟਾ ਤਾਂ ਉਹ ਕਿੱਦਾਂ ਦਾ ਹੋਵੇ। ਦੇਖੋ, ਇੱਕ ਤਾਂ ਜਿਹੜਾ ਸਹਿਜਧਾਰੀ ਕੋਟਾ ਤਾਂ ਖਤਮ ਆ, ਪਹਿਲੀ ਗੱਲ ਹੈ ਹੀ ਨਹੀਂ ਇਹਦੇ ਵਿੱਚ। ਸਹਿਜਧਾਰੀ ਦੀ ਗੱਲੇ ਖਤਮ ਹੋ ਗਈ। ਮੈਂ ਦੇਖੋ, ਮੈਂ ਟੌੜਾ ਸਾਹਿਬ ਨਾਲ ਵੀ ਕੰਮ ਕਰਦਾ ਰਿਹਾ। ਮੈਂ ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ ਦੇ ਵਿੱਚ ਤਾਲਮੇਲ ਅਫਸਰ ਸੀ, ਉਹ ਚੇਅਰਮੈਨ ਸੀ। ਉਹਨਾਂ ਵੇਲਿਆਂ 'ਚੋਂ ਅਸੀਂ ਦੇਖਦੇ ਰਹੇ ਹਾਂ, ਉਹਨਾਂ ਨੇ ਅੱਡ ਵੀ ਚੋਣਾਂ ਲੜੀਆਂ ਨੇ ਬਾਦਲ ਦੇ। ਉਦੋਂ ਬਾਦਲਾਂ ਨੇ ਲਾਈਨਾਂ ਲਵਾ ਲੈਣੀਆਂ ਜੀ, ਚਾਹੇ ਰੋਡਾ ਕੋਈ ਭੋਡਾ ਜੀ, ਜਿਹੜਾ ਮਰਜੀ ਜਿਹਦੇ ਨਾਂ ਤੇ ਜੋ ਮਰਜੀ ਵੋਟ ਪਾਈ ਜਾਵੇ, ਕਿਉਂਕਿ ਫਾਰਮ ਭਰ ਕੇ ਆਮ ਵੋਟਾਂ ਬਣਾਉਣੀਆਂ ਹੁੰਦੀਆਂ। ਇਹ ਬੈਠ ਜਾਂਦੇ ਸਾਰੇ ਪਿੰਡ ਦੀ ਫਾਰਮ ਭਰਾ ਕੇ ਦੇ ਦਿੰਦੇ ਤੇ ਉਹ ਵੋਟਾਂ ਵੀ ਇਹਨਾਂ ਦੇ ਅਫਸਰ ਹੁੰਦੇ ਸੀ, ਜਿਹੜੀਆਂ ਬਣਾਉਣੀਆਂ ਬਣਾ ਦੇਣ, ਜਿਹੜੀਆਂ ਛੱਡਣੀਆਂ ਛੱਡ ਦੇਣ। ਸੋ ਉਦੋਂ ਇਸ ਤਰ੍ਹਾਂ ਦੀ ਵੱਡੀ ਗੜਬੜ ਹੁੰਦੀ ਸੀ। ਹੁਣ ਜਦੋਂ ਇਸ ਤਰ੍ਹਾਂ ਦੀ ਵੋਟ ਪ੍ਰਣਾਲੀ ਹੋਊਗੀ ਤਾਂ ਸਾਬਤ ਸੂਰਤ ਸਿੱਖ ਚਾਹੀਦਾ। ਨੰਬਰ 1 ਸਾਬਤ ਸੂਰਤ, ਨੰਬਰ 2 ਅੰਮ੍ਰਿਤਧਾਰੀ ਹੋਵੇ, ਉਹਨੇ ਤਾਂ ਕੁਦਰਤੀ ਸਾਬਤ ਸੂਰਤ ਹੋਣਾ। ਜੇ ਮੈਂ ਤੁਹਾਨੂੰ ਠੋਸ ਰੂਪ 'ਚ ਗੱਲ ਕਰਨੀ ਹੋਵੇ, ਬੀਬਾ ਹਰਸਿਮਰਤ ਕੌਰ ਬਾਦਲ ਅੱਜ ਜਿਹੜੀ ਸਿੱਖ ਦੀ ਪਰਿਭਾਸ਼ਾ ਉਹਦੇ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਵੋਟਰ ਨਹੀਂ ਬਣ ਸਕਦੀ, ਕਿਉਂਕਿ ਉਹਨੇ ਭਰਵੱਟੇ ਆਪਣੇ ਮੁੰਨੇ ਹੋਏ ਨੇ। ਬਾਲ ਆ ਜਿਹੜਾ ਕੋਈ ਬਾਲ ਕਤਲ ਕਰਦਾ ਉਹ ਇਹਦਾ ਵੋਟਰ ਨਹੀਂ ਬਣ ਸਕਦਾ। ਕੇਸ ਕਤਲ ਕਰਦਾ ਹਾਂਜੀ। ਇਸ ਕਰਕੇ ਇਹ ਤੇ ਨਹੀਂ, ਹੋਰ ਬਹੁਤ ਸਾਰਿਆਂ ਤੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਉਹਨਾਂ ਦੇ ਹੋ। ਜੇ ਤੁਸੀਂ ਹੋਰ ਵੀ ਕਹਾਂ ਗੱਲ ਕਰਨੀ ਆ, ਇਹ ਤਾਂ ਬੀਬੀ ਜਗੀਰ ਕੌਰ ਤੇ ਵੀ ਪਊ। ਕਿਉਂ ਉਹਦੀ ਇੱਕ ਫਿਜ਼ੀਕਲ ਪ੍ਰੋਬਲਮ ਆ ਬਾਲਾਂ ਦੀ, ਮੂੰਹ ਤੇ ਚਿਹਰਿਆਂ ਦੀ, ਤੇ ਉਹ ਉਹਨਾਂ ਨੂੰ ਸਾਫ਼ ਕਰਾਉਂਦੀ ਆ ਹੋ ਜਾਣੀ, ਸਾਰਿਆਂ ਨੂੰ ਪਤਾ ਹੁੰਦਾ। ਪਰ ਇਹੀ ਹੈ ਨਾ, ਜੇ ਇਮਾਨਦਾਰੀ ਨਾਲ, ਸਖਤੀ ਨਾਲ, ਕਾਨੂੰਨ ਦੇ ਅਨੁਸਾਰ ਹੋਵੇ ਤੇ ਵੋਟਾਂ ਸਹੀ ਤਰੀਕੇ ਨਾਲ ਵਰਤਣ, ਅੱਧਾ ਨਖੇੜਾ ਤਾਂ ਉੱਥੇ ਹੋ ਜੂ। ਹੋਰ ਕੀ ਕੁਝ ਸੁਧਾਰ ਕਰ ਸਕਦੇ ਨੇ ਸਾਰੋ ਸਾਹਿਬ ਇਹਦੇ? ਜਿਵੇਂ ਤੁਸੀਂ ਦੱਸਿਆ ਕਿ VOTING ਸੂਚੀ ਨੂੰ ਜਿਹੜਾ ਉਹ ਇਸ ਤਰ੍ਹਾਂ ਸੁਧਾਰਨਾ ਪੈ ਸਕਦਾ। ਹੋਰ ਕਿਹੜੇ ਸੁਧਾਰ ਨੇ ਜਿਹੜੇ ਜੇ ਸ਼੍ਰੋਮਣੀ ਕਮੇਟੀ ਚੋਣਾਂ ਹੁੰਦੀਆਂ, ਆਪਾਂ ਨੂੰ ਪਤਾ ਤਾਂ ਲੱਗ ਹੀ ਗਿਆ ਕਿ ਬਾਦਲ ਪਰਿਵਾਰ ਨੂੰ ਇਸ ਤੋਂ ਵੱਡਾ ਨੁਕਸਾਨ ਜਿਹੜਾ ਹੋਣ ਵਾਲਾ। ਮੋਦੀ ਸਾਹਿਬ ਜਿਹੜੇ ਪੂਰੀ ਤਰ੍ਹਾਂ ਇੱਦਾਂ ਲਾ ਲਓ ਕਿ ਭਾਜਪਾ ਪੂਰੀ ਤਰ੍ਹਾਂ ਤਿਆਰ ਹੈ ਕਿ 2022 ਦਾ ਰੋਡ ਮੈਪ ਜਿਹੜਾ ਭਾਜਪਾ ਇਸ ਤਰ੍ਹਾਂ ਪੰਜਾਬ 'ਚ ਲਿਆਏਗੀ। ਸਿਆਸਤ ਨੂੰ ਤੇ ਧਾਰਮਿਕ ਜਿਹੜੇ ਪੱਖ ਨੇ ਉਹਨਾਂ ਨੂੰ ਅਲੱਗ ਰੱਖ ਦਿੱਤਾ ਜਾਏਗਾ। ਜਿਵੇਂ ਢੀਂਡਸਾ ਸਾਹਿਬ ਕਹਿੰਦੇ ਸੀ ਕਿ ਅਸੀਂ ਤਾਂ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ, ਅਸੀਂ ਸਿਆਸੀ ਤੌਰ ਤੇ ਨਹੀਂ ਐਕਟਿਵ ਹੋਣਾ। ਇਹਦਾ ਇੱਕ ਦਿਲਚਸਪ ਪੱਖ ਹੋਰ ਬਹੁਤ ਆ ਤੁਹਾਡੇ, ਸ਼ਾਇਦ ਯਾਦ ਹੋਵੇ, ਬਲਵੰਤ ਸਿੰਘ ਖੇੜਾ ਨੇ ਉਹਨਾਂ ਨੇ ਬਾਦਲ ਅਕਾਲੀ ਦਲ ਦੇ ਖਿਲਾਫ ਇੱਕ ਕੇਸ ਕੀਤਾ ਹੋਇਆ, ਜਿਹੜਾ ਦਿੱਲੀ ਹਾਈ ਕੋਰਟ 'ਚ ਵੀ ਆ, ਹੁਸ਼ਿਆਰਪੁਰ ਵੀ ਆ। ਉਹ ਕੇਸ ਇਹ ਕੀਤਾ ਹੋਇਆ ਵੀ ਇਹਨਾਂ ਨੇ 2 ਸੰਵਿਧਾਨ ਬਣਾਏ ਹੋਏ ਨੇ। ਕੋਈ ਵੀ ਸਿਆਸੀ ਪਾਰਟੀ ਹੈ ਜਿਹੜੀ ਅੱਜ ਕਿਸੇ ਧਾਰਮਿਕ ਅਦਾਰੇ ਦੀ ਚੋਣਾਂ 'ਚ ਜੇ ਸਿਆਸੀ ਪਾਰਟੀ ਹਿੱਸਾ ਨਹੀਂ ਲੈ ਸਕਦੀ। ਉਹਨਾਂ ਨੇ ਕਿਹਾ ਵੀ ਇੱਕ ਸੰਵਿਧਾਨ ਇਹਨਾਂ ਨੇ ਜਿਹੜਾ ਇਲੈਕਸ਼ਨ ਕਮਿਸ਼ਨ ਆ, ਲੋਕ ਸਭਾ ਵਾਲਾ, ਵਿਧਾਨ ਸਭਾ ਵਾਲਾ, ਉਹਨੂੰ ਦਿੱਤਾ ਹੋਇਆ। ਦੂਜਾ ਇਹਨਾਂ ਨੇ ਗੁਰਦੁਆਰਾ ਕਮਿਸ਼ਨ ਨੂੰ ਦਿੱਤਾ ਹੋਇਆ। ਦੋਹੇ ਵੱਖੋ ਵੱਖਰੇ ਨੇ। ਹੁਣ ਇਹ ਇਸ਼ੂ ਆ ਜਿਹੜਾ, ਇਹ ਵੀ ਸਾਹਮਣੇ ਇਹ ਆਉਣਾ ਵੀ ਬਾਦਲ ਦਲ ਪਹਿਲਾਂ ਤਾਂ ਦੇਖੋ ਜੀ ਆਪਦਾ ਕਮਿਸ਼ਨ ਹੁੰਦਾ ਸੀ, ਉਹੀ ਸਾਰੇ ਪੰਜਾਬ 'ਚ ਇੱਕ ਨਿਸ਼ਾਨ ਲੈ ਲਿਆ ਹੈ ਜੀ। ਅਸੀਂ ਕਹਿਤਾ ਵੀ ਸਾਡੀ ਚੋਣਾਂ ਨੇ। ਜਦੋਂ ਕੋਈ ਜ਼ਿੰਮੇਵਾਰੀ ਲੈਣੀ ਹੁੰਦੀ ਆ ਉਦੋਂ ਤਾਂ ਬਾਦਲ ਸਾਹਿਬ ਕਹਿੰਦੇ ਨੇ ਸਾਡਾ ਤਾਂ ਕੋਈ ਹੱਥ ਨਹੀਂ ਜੀ, ਸ਼੍ਰੋਮਣੀ ਕਮੇਟੀ ਆ, ਜਥੇਦਾਰ ਆ, ਉਹਨਾਂ ਨੇ ਜੋ ਕਰਨਾ ਹੁੰਦਾ। ਜਦੋਂ ਦੂਜੀ ਗੱਲ ਕਰਨੀ ਹੁੰਦੀ ਆ ਉਦੋਂ ਕਹਿੰਦੇ ਦੇਖੋ ਸਾਡੀ ਚੋਣ ਤੇ ਲੜੇ ਨੇ ਜੀ। ਜੇ ਅਸੀਂ ਲਿਫਾਫਾ ਭੇਜਦੇ ਹਾਂ ਜਾਂ ਅਸੀਂ ਉੱਥੇ ਜਾਂਦੇ ਹਾਂ ਜਾਂ ਅਸੀਂ ਚੋਣ ਕਰਾਉਂਦੇ ਹਾਂ ਕਿਉਂਕਿ ਸਾਡੀ ਪਾਰਟੀ ਦੀਆਂ ਟਿਕਟਾਂ ਤੇ, ਇਹ ਕੁਐਸਚਨ ਵੀ ਆਊ ਵੀ ਬਾਦਲ ਅਕਾਲੀ ਦਲ ਜਾਂ ਹੋਰ ਧਿਰਾਂ ਐਤਕੀ ਕਿਹੜੇ ਪੈਂਤੜੇ ਤੋਂ, ਕਿਹੜੇ ਮੰਚ ਤੋਂ ਤੇ ਕਿਵੇਂ ਚੋਣਾਂ ਲੜਨਗੀਆਂ। ਇਹਦੇ ਵਿੱਚ ਵੀ ਸਾਰੋਂ ਸਾਹਿਬ ਦਾ ਦਖਲਾ ਜਿਹੜਾ ਉਹ ਬਹੁਤ ਵੱਡਾ ਹੋ ਸਕਦਾ। ਸਾਰੋਂ ਸਾਹਿਬ ਤਾਂ 2 ਮਸਲਿਆਂ 'ਤੇ ਇਸ ਤਰ੍ਹਾਂ ਦਾ ਦਖਲ ਦੇ ਸਕਦੇ, ਬਾਕੀ ਗੱਲਾਂ ਸਿੱਖ ਪੰਥ ਨੇ ਕਰਨੀਆਂ। ਜਿਵੇਂ ਹੁਣ ਤੁਸੀਂ ਢੀਂਡਸਾ ਸਾਹਿਬ ਦੀ ਗੱਲ ਕੀਤੀ ਹੈ ਹੁਣ ਇੱਕ ਤਾਂ ਇਹ ਕਹਿੰਦੇ ਉੱਤਰ ਘਾਟੋ ਮੈਂ ਚੜਾਂ ਵੀ ਬਾਦਲ ਕਿਆਂ ਨੂੰ ਹਟਾਓ ਜੀ।
ਬੰਦੇ ਬਦਲ ਨਾਲ ਕਈ ਵਾਰ ਗੱਲਾਂ ਠੀਕ ਨਹੀਂ ਹੁੰਦੀਆਂ। ਜਿਵੇਂ ਆਪਾਂ ਦੇਖ ਲਿਆ, ਕਾਂਗਰਸ ਆ ਜੇ, ਅਕਾਲੀ ਆ ਜੇ, ਉਹਦੀ ਫਾਈਲ ਉਹ ਚੱਕ ਲੈਂਦਾ, ਉਹਦੀ ਫਾਈਲ ਉਹ ਚੱਕ ਲੈਂਦਾ। ਬਿਲਕੁਲ। ਸ਼੍ਰੋਮਣੀ ਕਮੇਟੀ 'ਚ ਬੰਦੇ ਬਦਲ, ਪਰ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਜਿੰਨਾ ਨਿਘਾਰ ਕੀਤਾ ਜੀ, ਦੋ ਪੱਖਾਂ ਤੋਂ। ਇੱਕ ਤਾਂ ਧਾਰਮਿਕ ਪ੍ਰਚਾਰ ਨੂੰ ਇਹਨਾਂ ਨੇ ਵਪਾਰ ਬਣਾਇਆ, ਦੂਜਾ ਸਿੱਖ ਸੰਸਥਾਵਾਂ ਦਾ ਸਰਕਾਰੀਕਰਨ ਕੀਤਾ। ਢੀਂਡਸਾ ਸਾਹਿਬ ਨੇ ਇੱਕ ਇਹ ਪੈਂਤੜਾ ਉਭਾਰਿਆ, ਮੈਨੂੰ ਨਹੀਂ ਪਤਾ ਉਹ ਇਹਦੇ ਪ੍ਰਤੀ ਕਿੰਨੇ ਕੁ ਸ਼ਹਿਰਦ ਨੇ ਜਾਂ ਕਿੰਨੇ ਕੁ ਸੀਰੀਅਸ ਨੇ, ਕਿਉਂਕਿ ਪੁੱਲ ਐਂਡ ਪ੍ਰੈਸ਼ਰ ਬਹੁਤ ਪੈਂਦੇ ਹੁੰਦੇ ਨੇ ਨਾ ਜੀ। ਬਿਲਕੁਲ। ਕੇਜਰੀਵਾਲ ਵੀ ਸ਼ੁਰੂ 'ਚ ਤਾਂ ਕੀ ਕਹਿ ਕੇ ਕਹਿੰਦਾ ਸੀ ਮੈਂ ਕੀ ਕਰੂੰ, ਤੇ ਆਖਰ 'ਚ ਆ ਕੇ ਦੂਜੀਆਂ ਪਾਰਟੀਆਂ ਵਾਂਗੂ ਕਰਨ ਲੱਗ ਗਿਆ ਸਾਰਾ ਕੁਝ ਜੀ। ਬਿਲਕੁਲ। ਉਹ ਕਹਿੰਦੇ ਵੀ ਅਸੀਂ ਸਿੱਖ ਸੰਸਥਾਵਾਂ ਤੋਂ ਸਿਆਸਤਦਾਨਾਂ ਦਾ ਕਬਜ਼ਾ ਖਤਮ ਕਰਨਾ ਜੀ। ਉਸੂਲੀ ਤੌਰ ਤੇ ਉਹਨਾਂ ਦੀ ਇਹ ਗੱਲ ਠੀਕ ਆ ਵੀ ਸਿਆਸਤ, ਕਿਉਂਕਿ ਹੁਣ ਕੀ ਬਣ ਗਿਆ, ਉਹੀ ਬੰਦਾ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਬਣਦਾ, ਉਹੀ ਐਮਐਲਏ ਦੀ ਟਿਕਟ ਲੈ ਲੈਂਦਾ, ਉਹੀ ਮੁੜ ਕੇ ਮੰਤਰੀ ਬਣ ਜਾਂਦਾ ਹੈ ਜੀ। ਇਸ ਹਿਸਾਬ ਦੇ ਨਾਲ ਉਹ ਕਹਿੰਦੇ ਵੀ ਜਿਹੜੇ ਸਾਡੇ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਚੁਣੇ ਜਾਣਗੇ, ਅਸੀਂ ਉਹਨਾਂ ਤੋਂ ਹਲਫਨਾਮਾ ਲਵਾਂਗੇ, ਚਾਹੇ ਕਾਨੂੰਨੀ ਤੌਰ ਤੇ ਪਾਬੰਦੀ ਨਹੀਂ, ਸੰਵਿਧਾਨਕ ਤੌਰ ਤੇ ਪਾਬੰਦੀ ਨਹੀਂ, ਨੈਤਿਕ ਤੌਰ ਤੇ ਪਾਬੰਦੀ ਦਾ ਅਸੀਂ ਹਲਫਨਾਮਾ ਲਵਾਂਗੇ ਵੀ ਅਸੀਂ ਸਿਆਸੀ ਪਾਰਟੀਆਂ ਦੇ ਅਖਾੜਿਆਂ 'ਚ ਉਹਨਾਂ ਦੇ ਮੈਂਬਰਸ਼ਿਪ 'ਚ ਅਸੀਂ ਇਸ ਤਰ੍ਹਾਂ ਨਹੀਂ ਜਾਵਾਂਗੇ। ਜੇ ਉਹ ਇਸ ਤਰ੍ਹਾਂ ਕਰਦੇ ਆ, ਇਹਦੇ ਨਾਲ ਫਿਰ ਜਿਹੜਾ ਇੱਕ ਬਹੁਤ ਵੱਡਾ ਧਾਰਮਿਕ ਹਲਕਾ, ਜਿਹੜਾ ਇਹ ਸ਼੍ਰੋਮਣੀ ਕਮੇਟੀ ਜਿਹਦਾ ਧਰਮ ਪ੍ਰਚਾਰ ਦੇ ਪ੍ਰਬੰਧ 'ਚ ਸੁਧਾਰ ਕਰਨ ਦਾ ਤਾਂ ਇੱਛਕ ਆ, ਪਰ ਕਿਉਂਕਿ ਇਹਨਾਂ ਨੇ ਸਿੱਧਾ ਸਿਆਸੀ ਅਖਾੜਾ ਬਣਾਤਾ, ਬਾਦਲ ਕਹਿੰਦੇ ਚੋਣ ਸੀ ਜਿਹੜੀ ਉਹ ਦੂਜੀ ਚੋਣ ਵਰਗੀ ਬਣਾਤੀ ਜੀ। ਦੇਖੋ ਸ਼੍ਰੋਮਣੀ ਕਮੇਟੀ ਦੀ ਚੋਣ 'ਚ ਇੰਨੇ ਖਰਚ ਪੈਸੇ ਹੋਣ ਲੱਗ ਗਏ, ਜਾਂ ਉਹ ਚੀਜ਼ਾਂ ਵੀ ਵਰਤੀਆਂ ਜਾਣ ਲੱਗੀਆਂ ਜਿਹਦੀ ਧਰਮ ਸਾਨੂੰ ਇਜਾਜ਼ਤ ਨਹੀਂ ਦਿੰਦਾ। ਦੋਸ਼ ਲੱਗਦੇ ਨੇ ਵੀ ਸ਼ਰਾਬ ਵੀ ਵੰਡੀ ਜਾਂਦੀ ਹੈ। ਸਵਾਲ ਤਾਂ ਢੀਂਡਸਾ ਸਾਹਿਬ ਤੇ ਵੀ ਤਾਂ ਉੱਠਣਗੇ ਨਾ, ਕਿ ਢੀਂਡਸਾ ਸਾਹਿਬ ਤਾਂ ਆਪ ਤਾਂ ਸਿਆਸੀ ਪਾਰਟੀਆਂ ਚੋਂ ਨਿਕਲ ਕੇ ਆਪ ਹਜੇ ਰਾਜ ਸਭਾ ਦੀ ਕੁਰਸੀ ਉਹਨਾਂ ਕੋਲ ਪਈ ਆ, ਉਹਦੇ ਚੋਂ ਆਨੰਦ ਮਾਣਦੇ ਆ। ਦੇਖੋ ਸਿਆਸੀ ਬੰਦਾ ਇੱਕ ਪਾਲਿਸੀ ਦਿੰਦਾ ਵੀ ਧਰਮ ਅਦਾਰਿਆਂ ਦੀ ਇਹ ਚੋਣ ਹੋਣੀ ਚਾਹੀਦੀ ਹੈ, ਇਹ ਉਹਦਾ ਹੱਕ ਆ ਜੀ। ਜੇ ਉਹ ਆਪ ਲੜੂ ਤੇ ਫਿਰ ਸਿਆਸਤ 'ਚ ਆਊ, ਫਿਰ ਉਹ ਦੂਜੇ ਲੋਕ ਸਾਹਮਣੇ। ਸਾਡਾ ਪਤਾ ਕੀ ਇੱਕ ਦੁਖਾਂਤ ਆ, ਮਤਲਬ ਕਿਹਾ ਜਾ ਸਿਸਟਮ ਬਾਦਲ ਨੇ ਉਸਾਰ ਲਿਆ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਲੜਨਾ ਉਹਨੂੰ ਤਾਂ ਹੱਕ ਆ, ਹੋਰ ਕੋਈ ਵੀ ਸਿਆਸੀ ਪਾਰਟੀ ਚੋਣਾਂ 'ਚ ਦਖਲ ਨਹੀਂ ਦੇ ਸਕਦੀ। ਇੱਕ ਇਹੋ ਜਿਹਾ ਡਰਾਇਆ ਹੋਇਆ ਕੰਮ ਸੀ, ਮਤਲਬ ਕੋਈ ਪਾਰਟੀ, ਹੁਣ ਮੰਨ ਲਓ ਮੈਂ ਤਾਂ ਕਹਿੰਦਾ ਜਦੋਂ ਸ਼੍ਰੋਮਣੀ ਕਮੇਟੀ ਸਿੱਖ ਇੱਕ ਵੱਡਾ ਸਮੂਹ ਆ ਪੰਜਾਬ 'ਚ, ਉਹਨਾਂ ਦੇ ਇੱਕ ਪ੍ਰਬੰਧ ਆ, ਵਿਦਿਅਕ ਅਦਾਰੇ ਨੇ, ਬਹੁਤ ਹਸਪਤਾਲ ਵੀ ਨੇ, ਸਾਰਾ ਕੁਝ ਆ, ਉਹ ਕਿਵੇਂ ਵਧੀਆ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਇਹਦੇ ਬਾਰੇ ਹਰ ਇੱਕ ਨੂੰ ਆਪਣੇ ਵਿਚਾਰ ਰੱਖਣੇ ਚਾਹੀਦੇ ਆ। ਬਿਲਕੁਲ। ਕਾਂਗਰਸ ਨੂੰ ਵੀ ਰੱਖਣੇ ਚਾਹੀਦੇ ਆ। ਜਿਹੜੇ ਸਿੱਖ ਇਕੱਲੇ ਅਕਾਲੀ ਦਲ 'ਚ ਤਾਂ ਹੈ ਨਹੀਂ, ਉਹ ਡਾਕਟਰ ਗਾਂਧੀ ਨਾਲ ਵੀ ਨੇ, ਉਹ ਖਹਿਰੇ ਨਾਲ ਵੀ ਨੇ, ਉਹ ਬੈਂਸੁਰਾ ਨਾਲ ਵੀ ਨੇ, ਹੋਰਾਂ ਪਾਰਟੀਆਂ ਨਾਲ, ਕਾਮਰੇਡਾਂ ਦੇ ਵਿੱਚ ਵੀ ਹੋ ਸਕਦਾ ਅੱਜ ਕੱਲ੍ਹ ਕੁਝ ਮਾੜੇ ਮੋਟੇ ਸਿੱਖ ਹੋਣ, ਮਤਲਬ ਪਹਿਲਾਂ ਤਾਂ ਬਹੁਤ ਹੁੰਦੇ ਸੀ, ਅੰਮ੍ਰਿਤਧਾਰੀ ਕਾਮਰੇਡ ਹੁੰਦੇ ਸੀ, ਤੇ ਉਹਨਾਂ ਨੂੰ ਵੀ ਇਹ ਹੱਕ ਆ ਵੀ ਸਾਡੇ ਧਾਰਮਿਕ ਅਦਾਰੇ ਕਿਹੋ ਜਿਹੇ ਹੋਣੇ ਚਾਹੀਦੇ, ਚੋਣ ਕਿਹੋ ਜਿਹੀ ਹੋਣੀ ਚਾਹੀਦੀ ਹੈ। ਉਹ ਆਪ ਹਿੱਸਾ ਨਹੀਂ ਨਾ ਵੀ ਲੈਣ, ਪਰ ਉਹ ਕਹਿਣ ਵੀ ਅਸੀਂ ਜਿਹੜੇ ਸੱਚੇ ਸੁੱਚੇ ਸਿੱਖ ਨੇ, ਜਿਹੜੇ ਅੰਮ੍ਰਿਤਧਾਰੀ ਨੇ, ਜਿਨ੍ਹਾਂ ਦਾ ਹੁਣ ਤੱਕ ਸਮਾਜ ਸੇਵਾ ਧਰਮ ਦੇ ਖੇਤਰ ਦੇ ਵਿੱਚ ਕੋਈ ਯੋਗਦਾਨ ਆ, ਉਹੋ ਜਿਹੇ ਉਮੀਦਵਾਰਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਉਹਨਾਂ ਨੂੰ ਵੀ ਇਹ ਪੋਜੀਸ਼ਨ ਲੈਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ। ਸੋ ਇਸ ਕਰਕੇ ਢੀਂਡਸਾ ਸਾਹਿਬ ਇਹ ਤਾਂ ਕਹਿ ਸਕਦੇ ਆ, ਚਾਹੇ ਹੁਣ ਤੱਕ ਉਹ ਬਾਦਲਾਂ ਦੇ ਸਾਰੇ ਕਾਸੇ 'ਚ ਭਾਗੀਦਾਰ ਰਹੇ ਆ, ਤੇ ਅੱਜ ਤੱਕ ਉਹਨਾਂ ਨੇ ਭਾਜਪਾ ਤੇ ਬਾਦਲਾਂ ਦਾ ਸੰਬੰਧ ਜਿਹੜਾ ਰਿਹਾ, ਜਿਹਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਸੀ, ਕਿਉਂਕਿ ਪੰਜਾਬੀਆਂ ਨਾਲ ਇੱਕ ਬੜਾ ਵੱਡਾ ਧੋਖਾ ਹੋ ਗਿਆ ਨਾ ਜੀ। ਧੋਖਾ ਹੋ ਗਿਆ ਲਗਾਤਾਰ ਇਹ ਵੀ ਜਿਹੜਾ ਪੰਜਾਬ ਦੇ ਹੱਕਾਂ ਦੀ, ਸਿੱਖਾਂ ਦੇ ਹੱਕਾਂ ਦੀ ਰਖਵਾਲੀ ਕਰਨੀ ਸੀ, ਉਹਦੀ ਥਾਂ ਬਾਦਲ ਸਾਹਿਬ ਨੇ ਇੱਕ ਨਵਾਂ ਸੰਕਲਪ ਲਿਆਂਦਾ, ਫਿਰਕੂ ਸਦਭਾਵਨਾ ਤੇ ਅਮਨ ਸ਼ਾਂਤੀ। ਪੰਜਾਬ ਦੇ ਵਿੱਚ ਫਿਰਕੂ ਸਦਭਾਵਨਾ ਹਮੇਸ਼ਾ ਹੀ ਰਹੀ ਆ। ਤੁਸੀਂ ਕਦੇ ਵੀ ਦਿਖਾਓ ਹਿੰਦੂ ਸਿੱਖਾਂ ਦਾ ਰੌਲਾ ਧਰਮ ਦੇ ਮਾਮਲਿਆਂ ਕਰਕੇ ਪਿਆ ਹੋਵੇ, ਪਰ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਆ, ਸਿੱਖਾਂ ਦੇ ਹੱਕਾਂ ਦੀ ਗੱਲ ਆਉਂਦੀ ਆ, ਉਦੋਂ ਇਹਦੇ ਬਾਰੇ ਸਿਆਸੀ ਹੁੰਗਾਰਾ ਜਿਹੜਾ ਉਹ ਇੱਕ ਤਬਕੇ ਦਾ ਵੱਖਰਾ ਹੋ ਜਾਂਦਾ। ਉਹ ਸਿਆਸੀ ਮਤਭੇਦ ਹੁੰਦੇ ਆ, ਉਹ ਧਾਰਮਿਕ ਮਤਭੇਦ ਥੋੜਾ ਹੁੰਦੇ ਆ। ਤੁਸੀਂ ਉਹ ਏਜੰਡਾ ਪਹਿਲਾਂ 1996 ਵਿੱਚ ਪੰਜਾਬੀ ਪਾਰਟੀ ਬਣਾ ਕੇ ਉਹ ਏਜੰਡਾ ਲੜਨ ਦਾ ਹੇਠਾਂ ਪਾਤਾ, ਆਨੰਦਪੁਰ ਦਾ ਮਤਾ ਜਿਹੜਾ ਰੋਲਤਾ, ਫੈਡਰਲਿਜ਼ਮ ਦੇ ਉਲਟ ਸਾਰਾ ਤੁਸੀਂ ਹੁਣ ਤੱਕ ਦਾ ਅਮਲ ਆ ਤੁਹਾਡਾ ਪਾਰਲੀਮੈਂਟ ਦੇ ਵਿੱਚ। ਸੋ ਇਹਨੇ ਪੰਜਾਬ ਤੇ ਸਿੱਖਾਂ ਦੇ ਹਿੱਤਾਂ ਨੂੰ ਬੇਦਾਵਾ ਦੇਣ ਦਾ ਨਾਂ ਰੱਖ ਲਿਆ। ਦੇਖੋ ਜੀ ਅਸੀਂ ਤਾਂ ਪੰਜਾਬ 'ਚ ਫਿਰਕੂ ਸਦਭਾਵਨਾ ਤੇ ਸ਼ਾਂਤੀ ਲਈ ਲੜਨਾ, ਸਾਡਾ ਇਹ ਮੁੱਖ ਏਜੰਡਾ। ਕੋਸ਼ਿਸ਼ ਤਾਂ ਇਹਨਾਂ ਨੇ ਬੜੀ ਕੀਤੀ, ਜਦੋਂ ਬੇਅਦਬੀਆਂ ਹੋਈਆਂ ਉਦੋਂ ਇਹਨਾਂ ਨੇ ਸਦਭਾਵਨਾ ਰੈਲੀਆਂ ਵੀ ਕੀਤੀਆਂ ਪੰਜਾਬ 'ਚ। ਮੁੱਖ ਏਜੰਡੇ ਦਾ ਮਤਲਬ ਇਹ ਆ ਨਹੀਂ ਕਬੂਲ ਨਹੀਂ ਕੀਤਾ ਵੀ ਤੁਸੀਂ ਇਸ਼ੂ ਛੱਡ ਦਿਓ, ਮੁੱਦਿਆਂ ਨੂੰ ਬੇਦਾਵਾ ਦੇ ਦਿਓ, ਕੋਈ ਰੌਲਾ ਹੀ ਨਹੀਂ ਜੀ। ਫਿਰ ਰੌਲਾ ਫਿਰ ਇਹ ਤਾਂ ਹੈ ਵੀ ਤੁਸੀਂ ਮੁੱਦਿਆਂ ਨੂੰ ਬੇਦਾਵਾ ਦੇਤਾ, ਪਰ ਜਿਹੜੇ ਲੋਕਾਂ ਦਾ ਮੁੱਦਿਆਂ ਨਾਲ ਕੋਈ ਬੜਾ ਸੰਬੰਧ ਨਹੀਂ, ਉਹ ਅਗਲਾ ਕਹਿੰਦਾ ਵੀ ਠੀਕ ਹੈ ਸਾਡਾ। ਸੋ ਇਹ ਬੜਾ ਇੱਕ ਵੱਡਾ ਧੋਖਾ ਹੋ ਗਿਆ ਸੰਕਲਪ ਦੇ ਲੈਵਲ ਤੇ। ਅੱਜ ਵੀ ਉਹ ਕਹਿੰਦੇ ਨੇ ਫਿਰਕੂ ਅਮਨ ਸਦਭਾਵਨਾ, ਚਲੋ ਹੁਣ ਤਾਂ ਉਹ
ਹੁਣ ਪੈਂਤੜੇ ਬਦਲ ਲੰਗੇ ਜੋ ਕੁਝ ਹੁਣ ਤੱਕ ਬੋਲਦੇ ਰਿਹਾ ਆ ਕਹਿਣ ਲੱਗੇ ਨਾ ਫੈਡਰਲਿਜ਼ਮ ਬਾਰੇ ਲੜਾਂਗੇ ਜੀ ਅਸੀਂ ਆ ਜਿਹੜੀ ਲੜਾਈ ਹੁੰਦੀ ਆ ਜੀ ਹੱਕਾਂ ਦੀ ਉਹਨੂੰ ਅੱਤਵਾਦੀ ਕਹਿੰਦੀਆਂ ਸਰਕਾਰਾਂ ਉਹਨੂੰ ਦਹਿਸ਼ਤਗਰਦ ਕਹਿੰਦੀਆਂ ਸਰਕਾਰਾਂ ਇਹ ਜੀ ਬੋਲੀ ਬਦਲਣ ਲੱਗ ਗਏ ਉਹ ਪਰ ਲੋਕਾਂ ਦੇ ਮਨ ਨੂੰ ਨਹੀਂ ਪਾ ਰਹੀ ਸੋ ਜਿਹੜੀ ਆਪਾਂ ਗੱਲ ਕਹਿ ਰਹੇ ਸੀ ਵੀ ਢੀਂਡਸਾ ਸਾਹਿਬ ਦਾ ਜਿਹੜਾ ਇਹ ਪੈਂਤੜਾ ਸਿਆਸਤਦਾਨਾਂ ਦੇ ਜਕੜ ਪੰਜੇ ਤੋਂ ਮੁਕਤ ਕਰਨਾ ਸਿਆਸਤ ਤੋਂ ਮੁਕਤ ਕਰਨਾ ਇਹ ਵੀ ਇੱਕ ਏਜੰਡਾ ਬਣੂ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੇ ਜਿਹੜੀਆਂ ਧਿਰਾਂ ਨੇ ਹੁਣ ਸਾਰੀਆਂ ਪੱਬਾਂ ਭਾਰ ਹੋ ਗਈਆਂ ਹੋਣੀਆਂ ਭਾਵੇਂ ਉਹ ਦਾਦੂਵਾਲ ਸਾਹਿਬ ਹੋਣ ਕਾਰਜਕਾਰੀ ਜਿਹੜੇ ਮਾਫ ਕਰਨਾ ਸਾਬਕਾ ਜਥੇਦਾਰ ਜਿਹੜੇ ਗਿਆਨੀ ਰਣਜੀਤ ਸਿੰਘ ਹੋਣ ਢੀਂਡਸਾ ਸਾਹਿਬ ਦਾ ਧੜਾ ਹੋ ਗਿਆ ਤੇ ਟਕਸਾਲੀ ਹੋ ਗਈ ਇਹ ਸਾਰੇ ਜਿਹੜੇ ਨੇ ਸਭ ਨੂੰ ਇਹ ਹੋਣਾ ਕਿ ਹੁਣ ਮੈਦਾਨ ਤਿਆਰ ਹੈ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਆਉਣ ਵਾਲੀਆਂ ਅਗਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਇਕੱਠੇ ਹੋ ਕੇ ਕੋਈ ਇਹੋ ਜਿਹਾ ਹੰਬਲਾ ਮਾਰ ਸਕਣਗੇ ਕਿਉਂਕਿ ਹੁਣ ਤਾਂ ਜ਼ਮੀਨੀ ਤੌਰ ਤੇ ਤਾਂ ਇਹ ਸਾਰੇ ਕਿਤੇ ਪਹੁੰਚ ਕਰ ਰਹੇ ਨੇ ਪਰ ਕੋਈ ਹੰਬਲਾ ਮਾਰ ਸਕਣਗੇ ਕਿਤੇ ਇਹ ਨਾ ਹੋਵੇ ਕੱਲ ਨੂੰ ਇਹ ਵੀ ਲੜ ਪੈਣ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਬਣੇਗਾ ਨਹੀਂ ਦੇਖ ਇਹੀ ਹੈ ਨਾ ਜੀ ਜੇ ਤਾਂ ਤੁਸੀਂ ਜਿਹੜੀ ਆਪਾਂ ਕਹਿੰਦੇ ਨਾ ਜਿਵੇਂ ਕੇਜਰੀਵਾਲ ਕਹਿੰਦੇ ਜੀ ਵਿਵਸਥਾ ਬਦਲਣੀ ਆ ਜੇ ਤਾਂ ਤੁਸੀਂ ਸ਼੍ਰੋਮਣੀ ਕਮੇਟੀ ਦਾ ਸਿਸਟਮ ਆ ਜਿਹੜਾ ਉਹਨੂੰ ਬਦਲਣ ਦੀ ਗੱਲ ਲੈ ਕੇ ਆਓਗੇ ਉਹ ਤੇ ਇਕੱਠੇ ਹੋਵੋਗੇ ਫਿਰ ਉਹ ਇਫੈਕਟਿਵ ਹੋਣਾ ਜੇ ਤੁਸੀਂ ਇਹ ਹੋ ਗਿਆ ਵੀ ਮੇਰੇ ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਉਹਦੇ ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨ ਕੌਣ ਫਿਰ ਰੌਲੇ ਵੀ ਪੈ ਸਕਦੇ ਆ ਇੱਥੇ ਫਿਰ ਉਹ ਮਹਾਗਠਜੋੜ ਵਾਲਾ ਕੰਮ ਹੋ ਜਾਣਾ ਫਿਰ ਬਾਦਲ ਸਾਹਿਬ ਦੀ ਇਹ ਸਮਰੱਥਾ ਉਹ ਮਾਇਆਧਾਰੀ ਆ ਵੱਡਾ ਜੀ ਜਿਹਨੂੰ ਬਾਬੇ ਨਾਨਕ ਨੇ ਕਿਹਾ ਨਾ ਮਾਇਆਧਾਰੀ ਅੰਨਾ ਬੋਲਾ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਏ ਉਹਦੇ ਕੋਲੇ ਜਿਹੜੀਆਂ ਦੁੱਕੀਆਂ ਤਿੱਕੀਆਂ ਨੇ ਨਾ ਜੀ ਇਹਨਾਂ ਨੂੰ ਖਰੀਦਣ ਦੀ ਬਹੁਤ ਕਪੈਸਿਟੀ ਆ ਦੂਜੀ ਗੱਲ ਇਹ ਹੈ ਵੀ ਜਿਹੜੀਆਂ ਧਿਰਾਂ ਦੇ ਡੇਰਿਆਂ ਦੇ ਉਹਨਾਂ ਦੇ ਹਿੱਤ ਜੁੜੇ ਹੋਏ ਨੇ ਵੀ ਇਹੀ ਪ੍ਰਬੰਧ ਇਸੇ ਤਰ੍ਹਾਂ ਰਹੇ ਉਹ ਬਿਲਕੁਲ ਉਹ ਦੂਜੇ ਪਾਸੇ ਜਾਣਗੇ ਜਾਂ ਉਹ ਕੋਸ਼ਿਸ਼ ਕਰਨਗੇ ਬਾਦਲ ਨਾਲੇ ਜਾਣਗੇ ਜਾਂ ਉਹ ਕੋਸ਼ਿਸ਼ ਕਰਨਗੇ ਇੱਧਰ ਆ ਕੇ ਕਿਸੇ ਗੱਲ ਨੂੰ ਸਹੀ ਲੀਹ ਤੇ ਪਾਸੇ ਨਾ ਪੈਣ ਦਿੱਤਾ ਜਾਵੇ ਸੋ ਇਸ ਕਰਕੇ ਇਹ ਕੀ ਬਣੂਗਾ ਮਤਲਬ ਇਹਨਾਂ ਧਿਰਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਜੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਜਿਹੜੇ ਗਲਬੇ ਤੋਂ ਮੁਕਤ ਕਰਾਉਣਾ ਤਾਂ ਆਪਣੀ ਵੀ ਸਹਿਮਤੀ ਹੋਣੀ ਜ਼ਰੂਰੀ ਹੈ ਤੁਹਾਨੂੰ ਪ੍ਰਬੰਧ ਬਦਲਣਾ ਪਊ ਨਾ ਜੀ ਤੁਹਾਨੂੰ ਉਹ ਸਿਸਟਮ ਬਦਲਣਾ ਪਊ ਨਾ ਜੀ ਕਿਤੇ ਇਹ ਨਾ ਹੋਵੇ ਕਿ ਉਹਨਾਂ ਤੋਂ ਖਹਿੜਾ ਚੜਾਇਆ ਤੇ ਮੁੜ ਕੇ ਬੜੇ ਇਹਨਾਂ ਤੋਂ ਖਹਿੜਾ ਚੜਾਉਣ ਵਾਲਾ ਕੰਮ ਹੁਣ ਤੁਸੀਂ ਜਦੋਂ ਤੁਸੀਂ ਬਾਣੀ ਨੂੰ ਵਪਾਰ ਬਣਾ ਲਿਆ ਜਿਹੜੀ ਪੀਟੀਸੀ ਆ ਤੁਸੀਂ ਦੇਖੋ ਕਰੋੜਾਂ ਰੁਪਏ ਕਮਾ ਰਿਹਾ ਉਹ ਜੋ ਸਮਝੌਤੇ ਹੋਇਆ ਵੀ ਇੰਨੇ ਪੈਸੇ ਜਮ੍ਹਾਂ ਕਰਾਉਣੇ ਆ ਉਹ ਜਮ੍ਹਾਂ ਵੀ ਨਹੀਂ ਕਰਾਉਂਦਾ ਕੋਈ ਬੋਲਦਾ ਵੀ ਨਹੀਂ ਕੋਈ ਪੁੱਛਦਾ ਵੀ ਨਹੀਂ ਆ ਹੁਣੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗੁੰਮ ਹੋਣ ਦੀ ਗੱਲ ਆਈ ਆ 7-8 ਕਰੋੜ ਦਾ ਉਹਨਾਂ ਨੇ ਕਿਹਾ ਵੀ ਪੈਸੇ ਦੇ ਤੇ ਕੰਮ ਕੀਤਾ ਨਹੀਂ ਉਹ ਕਿਹੜਾ ਵਾਪਸ ਲੈਣੇ ਆ ਜੀ ਕਿਸੇ ਨੇ ਕੰਮ ਉਹ ਸਾਰਾ ਬਾਦਲਾਂ ਦਾ ਜਿਹੜਾ ਅੰਪਾਇਰ ਆ ਸੀਏ ਕੋਹਲੀ ਚਾਹੇ ਇਹਨਾਂ ਦਾ ਬੱਸਾਂ ਦਾ ਹੋਟਲਾਂ ਦਾ ਕੰਮ ਤਾਂ ਉਹ ਕਰ ਰਿਹਾ ਤਨਖਾਹ ਉਧਰੋਂ ਲੈ ਰਿਹਾ ਤੁਸੀਂ ਮੈਨੂੰ ਇਹ ਦੱਸੋ ਜੀ ਗੁਰਬਾਣੀ ਨੂੰ ਪ੍ਰਸਾਰਨ ਕਰਨ ਦਾ ਕਿਸੇ ਇੱਕ ਨੂੰ ਇੱਕ ਅਧਿਕਾਰ ਦੇਣ ਦਾ ਕੀ ਮਤਲਬ ਆ ਲੋਕ ਸਭਾ 'ਚ ਵੀ ਇਹ ਨਹੀਂ ਲੋਕ ਸਭਾ 'ਚ ਲਿੰਕ ਦਿੰਦੇ ਨੇ ਸਾਰੇ ਪ੍ਰਸਾਰ ਕਰ ਸਕਦੇ ਆ ਫ੍ਰੀ ਕਰ ਸਕਦੇ ਆ ਗੁਰਬਾਣੀ ਤਾਂ ਹੈ ਫ੍ਰੀ ਵਾਲੀ ਗੱਲ ਇਹਨਾਂ ਨੇ ਜਿਹੜਾ ਵਪਾਰ ਬਣਾ ਲਿਆ ਇਹ ਤੁਹਾਨੂੰ ਦੂਜੀ ਇਦੋਂ ਵੀ ਵੱਡੀ ਗੱਲ ਇਸ਼ੂ ਹੋਰ ਕੀ ਹੋਣਾ ਬੇਅਦਬੀਆਂ ਦੀ ਗੱਲ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗੁੰਮ ਹੋਣ ਦੀ ਗੱਲ ਹੈਗੀ ਆ ਤੇ ਨਾਨਕਸ਼ਾਹੀ ਕੈਲੰਡਰ ਦੀ ਵੱਡੀ ਗੱਲ ਆਉਣੀ ਆ ਇਹਦੇ ਬਾਰੇ ਕਿਉਂਕਿ ਇੱਕ ਵਾਰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਪਾਸ ਕੀਤਾ ਦੇਖੋ ਕਿਰਪਾਲ ਸਿੰਘ ਬਡੂੰਗਰ ਜਿੰਨਾ ਚਿਰ ਪ੍ਰਧਾਨ ਰਹੇ ਨੇ ਠੀਕ ਹੈ ਮੇਰੇ ਨਾਲ ਨਿੱਜੀ ਤੌਰ ਤੇ ਉਹਨਾਂ ਦੇ ਮਤਲਬ ਮਤਭੇਦ ਹੋਣਗੇ ਕਿਉਂਕਿ ਮੇਰੇ ਕਈ ਵਾਰ ਉਹਨਾਂ ਨੇ ਇੱਕ ਨਿੱਜੀ ਨੁਕਸਾਨ ਵੀ ਕੀਤਾ ਜਦੋਂ ਮੈਂ ਨੌਕਰੀ ਤੇ ਹੁੰਦਾ ਸੀ ਉਹ ਮੈਂ ਉਹਨੂੰ ਪਰਾਂ ਛੱਡਦਾ ਪਰ ਉਹਨਾਂ ਦੇ ਉੱਤੇ ਜਿੰਨਾ ਚਿਰ ਉਹ ਪ੍ਰਧਾਨ ਰਿਹਾ ਕੋਈ ਦਾਗ ਵਾਲੀ ਗੱਲ ਨਹੀਂ ਲੱਗੀ ਜਨਰਲ ਹਾਊਸ ਨੇ ਪਾਸ ਕੀਤਾ ਤੇ ਤਲਵੰਡੀ ਸਾਬੋ ਵੱਡੇ ਸਿੱਖ ਸੰਮੇਲਨ 'ਚ ਕੈਲੰਡਰ ਪਾਸ ਕੀਤਾ ਨਾਨਕਸ਼ਾਹੀ ਕੈਲੰਡਰ ਜਿਹੜਾ ਸਿੱਖ ਕੌਮ ਲਈ ਸਿੱਖ ਭਾਈਚਾਰੇ ਲਈ ਕਹਿ ਲਓ ਸਿੱਖ ਧਰਮ ਦੇ ਲਈ ਕਹਿ ਲਓ ਇੱਕ ਜਾਨ ਹੂਲਮੀ ਲੜਾਈ ਕਰਕੇ ਉਹ ਕੀਤਾ ਸੀ ਉਸ ਤੋਂ ਬਾਅਦ ਬਡੂੰਗਰ ਸਾਹਿਬ ਬਦਲ ਗਏ ਮੁੜ ਕੇ ਪ੍ਰੈਸ਼ਰ ਪੈ ਗਿਆ ਦੂਜੀਆਂ ਤਾਕਤਾਂ ਦਾ ਆਰਐਸਐਸ ਦਾ ਪੈ ਗਿਆ ਜਥੇਦਾਰ ਨੇ ਐਡਾ ਜਨਰਲ ਹਾਊਸ ਵੱਲੋਂ ਪਾਸ ਕੀਤਾ ਹੋਇਆ ਦਮਾ ਸਾਹਿਬ ਤੋਂ ਐਲਾਨ ਕੀਤਾ ਹੋਇਆ ਕੋਈ ਕਮੇਟੀ 'ਚ ਬਣਾ ਕੇ ਉਹ ਕਰਕੇ ਨਾਨਕਸ਼ਾਹੀ ਕੈਲੰਡਰ ਵਿਕਰਮੀ ਕੈਲੰਡਰ ਬਣਾਤਾ ਇਹ ਇਸ਼ੂ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਬਣੂ ਵੀ ਮੂਲ ਨਾਨਕਸ਼ਾਹੀ ਕੈਲੰਡਰ ਕੌਣ ਉਹਨੂੰ ਬੁਲੰਦ ਕਰਦਾ ਕੌਣ ਜਿਹੜਾ ਚੱਲ ਰਿਹਾ ਰਾਜਗੜ੍ਹਪਣਾ ਕੌਣ ਇਹ ਤੇ ਖੜਦਾ ਬਿਲਕੁਲ ਮਤਲਬ ਕਿ ਕਈ ਸਕੈਮ ਨਿਕਲ ਕੇ ਸਾਹਮਣੇ ਆਉਣਗੇ ਜੇ ਕੋਈ ਨਵੀਂ ਧਿਰ ਕਾਬਜ਼ ਹੁੰਦੀ ਹੈ ਤਾਂ ਸਕੈਮ ਤੇ ਸਕੈਮ ਕੱਢ ਕੇ ਤਾਂ ਤੁਸੀਂ ਇਹ ਦੇਖ ਲਿਓ ਜੀ ਜੇ ਹੁਣ ਸ਼੍ਰੋਮਣੀ ਕਮੇਟੀ ਦੀ ਜਾਂਚ ਰਿਪੋਰਟ 2 ਨੰਬਰ 'ਚ ਬਾਹਰ ਨਿਕਲ ਆਈ ਅਤਿੰਦਰਪਾਲ ਸਿੰਘ ਨੇ ਜਾਰੀ ਕਰਤੀ ਹੁਣ ਤਾਂ ਜਦੋਂ ਆਹ ਹੋ ਗਿਆ ਨਾ ਵੀ ਚੋਣਾਂ ਦੇਖੋ ਮੁਲਾਜ਼ਮ ਨੇ ਜਿਹੜੇ ਉਹ ਡਰਦੇ ਵੀ ਨੇ ਬਹੁਤ ਘੱਟ ਮੁਲਾਜ਼ਮ ਨੇ ਜਿਹੜੇ ਕਹਿੰਦੇ ਦੇਖੀ ਜੋ ਕੀ ਹੋਊਗਾ ਹੁਣ ਤਾਂ ਜਦੋਂ ਆਹ ਹੋ ਗਿਆ ਵੀ ਬਦਲਣਾ ਪ੍ਰਬੰਧ ਸਰਕਾਰ ਵੇਲੇ ਤੁਹਾਨੂੰ ਪਤਾ ਹੈ ਨਾ ਜੀ ਜਦੋਂ ਚੋਣਾਂ ਹੁੰਦੀ ਆ ਉਹੀ ਸਰਕਾਰੀ ਅਫਸਰ ਮਤਲਬ ਜਾ ਕੇ ਮਹਾਰਾਜਾ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਦੇਣ ਲੱਗ ਜਾਂਦੇ ਆ ਫਾਈਲਾਂ ਜਦੋਂ ਕੈਪਟਨ ਦਾ ਰਾਜ ਹੁੰਦਾ ਲੱਗਦਾ ਵੀ ਬਾਦਲ ਆਊਗਾ ਉਹਨਾਂ ਨੂੰ ਫਾਈਲਾਂ ਦੇਣ ਲੱਗ ਜਾਂਦੇ ਉਹ ਜਿਹਦੀ ਸਰਕਾਰ ਆਊਗੀ ਉਹਦਾ ਹੀ ਬੋਲਬਾਲਾ ਹੋ ਜਾਣਾ ਫਿਰ ਉਹਨੇ ਨਵੇਂ ਮਸਲੇ ਵਿੱਚੋਂ ਨਿਕਲ ਕੇ ਸਾਹਮਣੇ ਬਹੁਤ ਆਉਣਾ ਇੱਕ ਵੱਡੀ ਗੱਲ ਇਹ ਹੈ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦੀ ਗੱਲ ਕਰਦੇ ਆ ਨਾ ਕੋਈ ਸਰੂਪ ਗਾਇਬ ਹੋਇਆ ਨਾ ਗੁੰਮ ਹੋਇਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਾਣੀ
ਭੇਜਣ ਦੀ ਜਿਹੜੀ ਇੱਕ ਪ੍ਰਣਾਲੀ ਬਣਾ ਲਈ, ਉਹ ਪ੍ਰਣਾਲੀ ਇੰਨੀ ਮਹਿੰਗੀ ਬਣਾ ਲਈ ਵੀ ਉਹਦੇ ਵਿੱਚ 2 ਨੰਬਰ 'ਚ ਦਿੱਤੇ ਗਏ ਨੇ ਸਰੂਪ। ਹੁਣ ਜਿਵੇਂ ਦੇਖੋ ਭਾਈ ਮੋਹਕਮ ਸਿੰਘ ਬੋਲ ਰਿਹਾ ਮਤਲਬ ਕਿਤਾਬਾਂ ਵਾਂਗੂ ਵੇਚਤੇ। ਨਹੀਂ ਕਿਤਾਬਾਂ ਵਾਂਗੂ ਨਹੀਂ ਮੈਂ ਉਹਨੂੰ ਕਹਿੰਦਾ। ਦੇਖੋ ਇਹ ਇੱਕ ਕਨਸੈਪਟ ਆ, ਇਹ ਵੀ ਅਸਲ 'ਚ ਇੱਕ ਗੰਭੀਰ ਮਸਲਾ। ਦੇਖੋ ਹੁਣ ਤੱਕ ਕੀ ਹੁੰਦਾ ਸੀ, ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ, ਪਾਠ ਕਰਦੇ ਹੁੰਦੇ, ਸਾਡੇ ਇੱਕ ਵਾਰ ਨਾ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਸੀ। ਕੌਮੀ ਦਰਦ ਅਖਬਾਰ 'ਚ ਬੜੀ ਡੱਬੀ ਲੱਗੀ ਸੀ ਵੀ ਸਕਰੌਦੀ ਦੇ 25 ਸਾਰੇ ਪਰਿਵਾਰ ਅੰਮ੍ਰਿਤਧਾਰੀ ਬਣੇ। ਸੰਤ ਲੌਂਗੋਵਾਲ ਤੇ ਸੰਤ ਫਤਿਹ ਸਿੰਘ ਸਾਡੇ ਪਿੰਡ ਅੰਮ੍ਰਿਤ ਸੰਚਾਰ ਕਰਨ ਆਏ ਸੀ। ਉਹਨਾਂ ਵੇਲੇ 'ਚ ਅਸੀਂ ਕਹਿੰਦੇ ਹੁੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਆਉਣੀ ਆ। ਅਸੀਂ ਜਾਂਦੇ ਹੋਰ ਵੀ ਛਾਪਦੇ ਸੀ ਉਦੋਂ, ਪਿੰਡ 'ਚ ਕੋਈ ਫੈਸਲਾ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਦਬ ਨਾਲ ਲੈ ਕੇ ਆਉਂਦੇ, ਸਤਿਕਾਰ ਨਾਲ ਪ੍ਰਕਾਸ਼ ਕਰ ਦਿੰਦੇ, ਫਿਰ ਉਹ ਤੇ ਰਹਿਤ ਮਰਿਆਦਾ ਲਾਗੂ ਹੁੰਦੀ। ਹੁਣ ਇਹਨਾਂ ਨੇ ਕੀਤਾ ਕੀ ਆ ਜੀ, ਜਿੱਥੋਂ ਜਿਹੜੇ ਕਰਕੇ ਸਾਰੀਆਂ ਗੜਬੜਾਂ ਹੋ ਰਹੀਆਂ ਨੇ, ਜਿਹਨੂੰ ਇਹ ਸ਼ੋਅ ਨਹੀਂ ਰਹੇ। ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਦੇਹਧਾਰੀ ਗੁਰੂ ਦੀ ਪ੍ਰਥਾ ਖਤਮ ਕੀਤੀ ਸੀ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹਨਾਂ ਨੇ ਕੀ ਕੀਤਾ, ਹੌਲੀ ਹੌਲੀ ਜਿਹੜਾ ਕਹਿੰਦੇ ਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਇਹ ਸੰਕਲਪ ਆ ਜਿਹੜਾ ਸਿੱਖਾਂ ਦੇ ਮਨ 'ਚ ਜ਼ੋਰ ਨਾਲ ਕਰ ਦਿੰਦਾ। ਫਿਰ ਕੀ ਕੀਤਾ, ਉਹਨੂੰ ਦੇਹ ਬਣਾਉਣ ਤੋਂ ਬਾਅਦ ਜਿਹੜੇ ਉਹਦੇ ਪੰਨੇ ਸੀ ਉਹਨਾਂ ਨੂੰ ਅੰਗ ਕਹਿਣ ਲੱਗ ਗਏ। ਜਿਹੜੇ ਬੀੜ ਸੀ, ਬੀੜ ਜਦੋਂ ਪ੍ਰਕਾਸ਼ਿਤ ਹੋ ਕੇ ਸਰੂਪ ਬਣਦੀ ਸੀ, ਜਿਹੜੀ ਮਰਿਆਦਾ ਲਾਗੂ ਹੁੰਦੀ ਸੀ, ਆਮ ਮਰਿਆਦਾ ਹੁੰਦੀ ਸੀ, ਉਹ ਇੱਕ ਪੂਰੀ ਕਸਮ ਹੀ ਬਣਾਤੀ ਵੀ ਉਸੇ ਸਮੇਂ ਜਦੋਂ ਪ੍ਰਿੰਟ ਹੋ ਕੇ ਛਪ ਜਾਂਦੀ ਆ ਉਹਦੀ ਉਹ ਤੇ ਮਰਿਆਦਾ ਲਾਗੂ ਕਰਦੀ। ਫਿਰ ਉੱਥੋਂ ਬੀੜ ਲਿਆਉਣ ਦਾ, ਪਹੁੰਚਾਉਣ ਦਾ ਇੱਕ ਖਰਚੀਲਾ ਪ੍ਰਬੰਧ ਬਣਾਤਾ। ਜਿਵੇਂ ਇਹ ਹੁਣ ਕਰ ਲਿਆ ਵੀ ਗੁਰੂ ਗ੍ਰੰਥ ਸਾਹਿਬ ਖਾਤਰ ਜਿਹਨੇ ਘਰ ਲੈ ਕੇ ਜਾਣਾ ਉਹਦਾ ਇੱਕ ਵੱਖਰਾ ਕਮਰਾ ਹੋਣਾ ਚਾਹੀਦਾ, ਉਹ 'ਚ ਆਹ ਮਰਿਆਦਾ ਹੋਣੀ ਚਾਹੀਦੀ ਹੈ। ਇਹਦੇ ਨਾਲ ਇਹ ਮਤਲਬ 80% ਲੋਕ ਤਾਂ ਬਾਹਰ ਨਿਕਲ ਗਏ, ਜਿਨ੍ਹਾਂ 'ਚ ਘਰਾਂ 'ਚ ਉਸ ਤਰ੍ਹਾਂ ਦੀ ਮਰਿਆਦਾ ਕਰਨ ਦੀ ਹੈ ਨਹੀਂ। ਦੂਜਾ ਜਦੋਂ ਬਾਹਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਂਦੇ ਆ, ਉਹ 10 ਲੱਖ 'ਚ ਪੈਂਦਾ। ਵੱਡੀ ਗੱਡੀ ਗਈ, ਤੁਸੀਂ ਜਿਵੇਂ ਗੱਡੀ ਗਈ ਕੰਟੇਨਰ 'ਚ ਗਈ ਜੀ, ਖੜੀ ਰਹੀ ਜੀ, ਉੱਥੇ ਗੁਰਦੁਆਰੇ ਭੇਜ, ਫਿਰ ਉੱਥੇ ਚੈਕਿੰਗ ਹੁੰਦਾ। ਬਾਹਰਲੇ ਮੁਲਕਾਂ 'ਚ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਵੱਖਰਾ ਕਮਰਾ ਚਾਹੀਦਾ। ਹੁਣ ਵੱਖਰਾ ਕਮਰਾ ਬਾਹਰਲੇ ਦੇਸ਼ਾਂ 'ਚ ਕਿਹੜੇ ਲੋਕ ਬਣਾ ਸਕਦੇ ਨੇ? ਕਿੱਥੇ? ਗੁਰਦੁਆਰੇ ਤਾਂ ਚਲ ਜਾਣੀ ਜਾਣਾ। ਜਾਣੀ ਉਹਦਾ ਇੰਨਾ ਰਸਮਵਾਦ ਕਰਤਾ ਕਿ ਆਮ ਸਿੱਖ ਉਹ ਤੋਂ ਆਊਟ ਹੋਈ ਜਾਂਦੇ ਨੇ। ਸੋ ਇਹ ਇਸ਼ੂ ਵੀ ਇਹਨਾਂ ਨੂੰ ਨਤਾਰਨੇ ਪੈਣਗੇ ਵੀ ਇਹ ਸਿੱਖਾਂ ਦੇ ਵਿੱਚ ਜਿਹੜਾ ਬ੍ਰਾਹਮਣਵਾਦ ਜਾਂ ਮੂਰਤੀ ਪੂਜਾ, ਇਹ ਕਨਸੈਪਟ ਬਾੜੇ ਨੇ, ਇਹਨਾਂ ਨੂੰ ਕਲੀਅਰ ਕਰਨ ਵਾਲੇ ਵੀ ਜਿਹੜੇ ਸਿੱਖ ਧਾਰਮਿਕ ਆਗੂ ਨੇ, ਉਹਨਾਂ ਨੂੰ ਵਿਚਾਰ ਕੇ ਸੋਚ ਕੇ ਫੈਸਲੇ ਲੈਣੇ ਪੈਣਗੇ। ਬਿਲਕੁਲ। ਇੱਕ ਹੋਰ ਅਖੀਰ ਦੇ ਵਿੱਚ ਮੇਰੇ ਹਿਸਾਬ ਨਾਲ ਸਾਡੀ ਡਿਸਕਸ਼ਨ ਜਿਹੜੀ ਚਰਚਾ ਆ ਇਸ ਉੱਤੇ ਬੜੀ ਲੰਬੀ ਜਾ ਰਹੀ ਹੈ। ਪੰਜਾਬ ਤੋਂ ਇਲਾਵਾ ਕਿਹੜੇ ਸੂਬੇ ਦੇ ਵਿੱਚ ਅਸਰ ਪੈਣਾ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ? ਇਹ ਵੀ ਇੱਕ ਮਸਲਾ ਜੀ। ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਿਆ ਨਾ ਜੀ, ਉਦੋਂ ਉਹਦੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵੀ ਜਿਹੜੇ ਸਾਂਝੇ ਅਸਾਸੇ ਨੇ ਇਸ ਤੋਂ ਬਾਅਦ ਉਹਨਾਂ ਨੂੰ ਉਹ ਰਾਜ ਆਪੋ ਆਪ ਦਾ ਵੱਖਰਾ ਕਰ ਸਕਦੇ ਆ। ਉਸ ਹਿਸਾਬ ਨਾਲ ਹੁਣੇ ਚੋਣਾਂ ਹੋਣੀਆਂ ਚੰਡੀਗੜ੍ਹ, ਹਰਿਆਣਾ ਤੇ ਆਪਣਾ ਪੰਜਾਬ ਦੀਆਂ, ਤਿੰਨਾਂ ਦੀਆਂ ਹੋਣ ਕਰਕੇ ਅੰਤਰਰਾਜੀ ਮਸਲਾ ਬਣ ਗਿਆ। ਇਸ ਕਰਕੇ ਇਹ 'ਚ ਸੈਂਟਰ ਦਾ ਦਾਖਲ ਹੋਣ ਲੱਗ ਗਿਆ, ਕਦੋਂ ਚੋਣਾਂ ਕਰਾਉਣੀਆਂ ਨੇ, ਕਦੋਂ ਨਹੀਂ ਕਰਾਉਣੀਆਂ। ਹਰਿਆਣਾ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਸੀ ਉਹ ਬਿਲਕੁਲ ਸਹੀ ਬਣਾਇਆ ਸੀ, ਵੱਖਰੀ ਕਮੇਟੀ ਬਣਾਉਣ ਦਾ, ਹੁੱਡਾ ਸਾਹਿਬ ਵੇਲੇ। ਪਰ ਕਿਉਂਕਿ ਉਦੋਂ ਇਹਨਾਂ ਦੀ ਸੈਂਟਰ ਨਾਲ ਸਿਟੀ ਰਲਦੀ ਸੀ, ਉਹ ਜਾ ਕੇ ਇਹਨਾਂ ਨੇ ਸੁਪਰੀਮ ਕੋਰਟ 'ਚ ਕੇਸ ਫਸਾਤਾ, ਸਟੇਟਸ ਕੋ ਆ ਗਿਆ। ਹਾਲੇ ਉਹ ਫੈਸਲਾ ਵੀ ਪੈਂਡਿੰਗ ਪਿਆ। ਜੇ ਉਹ ਫੈਸਲਾ ਹੋ ਜਾਂਦਾ, ਹੋ ਸਕਦਾ ਹੋ ਜੇ, ਇਸ ਦੌਰਾਨ ਵੀ ਹੋ ਜੇ, ਜੇ ਸਰਕਾਰ ਨੇ ਸੋਚ ਲਿਆ। ਬਿਲਕੁਲ। ਜੇ ਹਰਿਆਣਾ ਦੀ ਕਮੇਟੀ ਅੱਡ ਹੁੰਦੀ ਆ ਤਾਂ ਫਿਰ ਪੰਜਾਬ ਸਰਕਾਰ ਇਹ ਫੈਸਲਾ ਇਹਦੇ ਵਿੱਚ ਹੋ ਜਾਣੀ ਆ। ਹਿਮਾਚਲ ਤੋਂ ਵੀ ਸ਼ਾਇਦ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਚੁਣਿਆ ਜਾਂਦਾ। ਇਸ ਤਰ੍ਹਾਂ ਦਿੱਲੀ ਕਮੇਟੀ ਦਾ ਅੱਡਾ, ਹਜੂਰ ਸਾਹਿਬ ਦਾ ਬੋਰਡ ਅੱਡਾ, ਪਟਨਾ ਸਾਹਿਬ ਦਾ ਅੱਡਾ, ਜੰਮੂ ਕਸ਼ਮੀਰ ਦਾ ਸਿੱਖ ਬੋਰਡ ਅੱਡਾ, ਰਾਜਸਥਾਨ ਦਾ ਅੱਡਾ, ਜਿਹਦੇ ਵਿੱਚ ਉਹਨਾਂ ਨੂੰ ਆਜ਼ਾਦੀ। ਪਰ ਇਹ ਬਾਦਲਾਂ ਦੇ ਬੜਾ ਸੂਤ ਆਉਂਦਾ। ਇਹਦੇ ਨਾਲ ਇਹਨੇ ਹਰਿਆਣੇ ਦੇ ਸਿੱਖਾਂ ਨੂੰ ਜਾਣੀ ਇੱਕ ਹਿਸਾਬ ਨਾਲ ਬੰਧੂਆ ਮਜ਼ਦੂਰ ਬਣਾ ਲਿਆ, ਕਿਉਂਕਿ ਉਹਨਾਂ ਕੋਲ ਵੱਖਰੀ ਕਮੇਟੀ ਨਹੀਂ। ਵੱਖਰੀ ਕਮੇਟੀ ਕਰਕੇ ਉੱਥੇ ਦੀ ਸਿਆਸਤ 'ਚ ਉਹ ਆਜ਼ਾਦਾਨਾ ਦਖਲ ਨਹੀਂ ਦੇ ਸਕਦੇ। ਬਾਦਲ ਉਹਨਾਂ ਸਿੱਖਾਂ ਨੂੰ ਆਪਣੇ ਪੰਜਾਬ ਦੇ ਹਿੱਤਾਂ ਖਾਤਰ ਹਮੇਸ਼ਾ, ਚਾਹੇ ਚਟਾਲਿਆਂ ਦੇ ਪੱਲੇ ਪਾਵੇ ਉਹਨਾਂ ਨੂੰ, ਚਾਹੇ ਕਿਸੇ ਹੋਰ ਪੱਲੇ ਪਾਵੇ, ਉਹਨੂੰ ਵਰਤਦਾ ਰਿਹਾ। ਨਾਲੇ ਹੁਣ ਦਾਦੂਵਾਲ ਸਾਹਿਬ ਪ੍ਰਧਾਨ ਬਣੇ ਹਰਿਆਣਾ ਕਮੇਟੀ ਦੇ। ਨਹੀਂ ਜੀ, ਉਹ ਦੇਖੋ ਉਹ ਸਟੇਟਸ ਕੋ ਦੇਣ ਕਰਕੇ ਨਾ ਜੀ, ਹਰਿਆਣਾ ਕਮੇਟੀ ਨਾ ਰੱਦ ਹੋਈ ਆ ਨਾ ਪਾਸ ਹੋਈ ਆ। ਪਹਿਲਾ ਕਾਨੂੰਨ ਆ ਜਿਹੜਾ ਮੇਰੀ ਜਾਣਕਾਰੀ ਜਿੱਥੇ ਕਬਜ਼ਾ ਬਸ ਉਸੇ ਤਰ੍ਹਾਂ ਤੇ 1925 ਵਾਲਾ ਐਕਟ ਲਾਗੂ ਆ। ਵੱਖਰੀ ਕਮੇਟੀ ਨੂੰ ਹਾਲੇ ਮਾਨਤਾ ਨਹੀਂ ਮਿਲੀ, ਪਰ ਸਟੇਟਸ ਕੋ ਦੇ ਵਿੱਚ ਇਹ ਹੈ ਵੀ ਦਾਦੂਵਾਲ ਸਾਹਿਬ ਪਰ ਇਹਦੀ ਅਗਵਾਈ 'ਚ ਇੱਕ ਗੁਰਦੁਆਰਾ ਸੀ ਜਿਹੜਾ ਉਹ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਸਟੇਟਸ ਕੋ 'ਚੋਂ ਗੁਰਦੁਆਰੇ ਇਹਨਾਂ ਕੋਲ ਰਹਿ ਗਿਆ।
ਕਮੇਟੀ ਵੱਖਰੀ ਉਹਨਾਂ ਦੀ ਬਣੀ ਹੋਈ ਆ, ਉਹ ਲੜ ਰਹੀ ਹੈ ਇਸ ਗੱਲ ਬਾਰੇ ਵੀ ਸਾਡੀ ਵੱਖਰੀ ਕਮੇਟੀ ਬਣੇ ਤਾਂ ਕਿ ਹਰਿਆਣਾ ਦੇ ਸਿੱਖਾਂ ਦੇ ਹਿੱਤਾਂ ਬਾਰੇ ਸਿਆਸੀ ਜਾਂ ਹੋਰ ਅਸੀਂ ਇੱਥੇ ਫੈਸਲਾ ਲੈ ਸਕੀਏ। ਉਹ ਹਾਲੇ ਪੈਂਡਿੰਗ ਮਸਲਾ। ਸੋ ਹਾਲ ਦੀ ਘੜੀ ਤਾਂ ਮੈਨੂੰ ਇਹੀ ਲੱਗਦਾ ਵੀ ਇਹ ਜਿਵੇਂ ਪਹਿਲਾਂ ਚੋਣਾਂ ਹੁੰਦੀਆਂ ਸੀ ਤਿੰਨਾਂ ਰਾਜਾਂ 'ਚ ਉਸ ਤਰ੍ਹਾਂ ਇਕੱਠੀਆਂ ਹੋਣਗੀਆਂ। ਜੀ ਸ਼ੁਕਰੀਆ ਮਾਲੀ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਸਾਡੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ। ਸ਼੍ਰੋਮਣੀ ਕਮੇਟੀ ਦੀਆਂ ਅਗਲੇ ਸਮੇਂ ਦੇ ਵਿੱਚ ਚੋਣਾਂ ਹੋਣੀਆਂ ਤੈਅ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵੱਲੋਂ SS ਸਾਰੋਂ ਸਾਹਿਬ ਨੂੰ ਜੁਡੀਸ਼ੀਅਲ ਕਮਿਸ਼ਨ ਦਾ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਵਾਗਡੋਰ ਸੰਭਾਲੀ ਗਈ ਹੈ, ਉਹਨਾਂ ਨੂੰ ਅਗਵਾਈ ਦਿੱਤੀ ਗਈ ਹੈ, ਤਾਂ ਅਗਲੇ ਸਮੇਂ ਦੇ ਵਿੱਚ ਇਸ ਦਾ ਅਸਰ ਜਿਹੜਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਹੋਏਗਾ। ਕਿਉਂਕਿ ਜਦੋਂ ਧਾਰਮਿਕ ਤੌਰ ਤੇ ਜਦੋਂ ਅਕਾਲੀ ਦਲ ਨੂੰ ਪੰਥ ਹਿਤੈਸ਼ੀ ਕਿਹਾ ਜਾਂਦਾ ਹੈ ਤਾਂ ਉੱਥੇ ਕਿਤੇ ਨਾ ਕਿਤੇ ਬਾਦਲਾਂ ਨੂੰ ਇਹ ਖਤਰਾ ਜਾਪਦਾ ਹੈ ਕਿ ਜੇ NDA ਨਾਲੋਂ ਹੁਣ ਗੱਠਜੋੜ ਟੁੱਟ ਚੁੱਕਿਆ ਤਾਂ ਅਗਲੇ ਸਮੇਂ ਦੇ ਵਿੱਚ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਹਦਾ ਅਸਰ 2022 ਦੀਆਂ ਚੋਣਾਂ ਦੇ ਵਿੱਚ ਵੀ ਹੋਏਗਾ। ਕਿਉਂਕਿ ਦੇਸ਼ ਭਰ ਦੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਵੀ ਇਹ ਚਾਹੁੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ, ਪਾਰਦਰਸ਼ੀ ਹੋਣ ਤੇ ਉਹਨਾਂ ਦੇ ਉੱਤੋਂ ਸਿਆਸੀ ਗਲਬਾ ਜਿਹੜਾ ਉਹ ਹਟੇ। ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਉਹ ਸਿੱਖਾਂ ਦੇ ਅੰਡਰ ਰਵੇ ਤੇ ਸਿੱਖਾਂ ਦੀ ਜਿਹੜੀ ਮੌਜੂਦਗੀ ਜਿਹੜੀ ਹੈ, ਫੈਸਲੇ ਸਿੱਖ ਆਪਣੇ ਆਪ ਲੈ ਸਕਣ ਆਜ਼ਾਦਾਨਾ ਤੌਰ ਤੇ। ਅਗਲੇ ਸਮੇਂ ਵਿੱਚ ਇਸ ਸਭ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਹ ਵੀ ਤੁਹਾਡੇ ਰੂਬਰੂ ਕਰਾਂਗੇ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਲੋਕਰਨ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।